तो देखो जी आप ਹੁਣ ਕਾਈਨੈਮੈਟਿਕ ਸਟਾਰਟ ਕਰਨ ਲੱਗੇ ਆ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਇੱਕ ਬਹੁਤ ਵੱਡੀ ਜੋ ਬ੍ਰਾਂਚ ਹੈ ਫਿਜ਼ਿਕਸ ਦੀ ਮਕੈਨਿਕਸ ਦਾ ਇੱਕ ਸਬ ਪਾਰਟ ਪੜਨ ਜਾ ਰਹੇ ਹਾਂ। ਜੋ ਸਭ ਤੋਂ ਵੱਡੀ ਬ੍ਰਾਂਚ ਹੈ ਉਹ ਮਕੈਨਿਕਸ ਹੈ। ਮਕੈਨਿਕਸ ਦੇ ਅੰਡਰ ਤਿੰਨ ਬ੍ਰਾਂਚेस ਨੇ ਫਿਰ ਉਹਦੀਆਂ। ਮਕੈਨਿਕਸ ਦੇ ਇੱਕ ਬ੍ਰਾਂਚ ਹੈ ਸਟੈਟਿਕਸ, ਇੱਕ ਹੈ ਡਾਇਨਾਮਿਕਸ, ਇੱਕ ਹੈ ਕਾਈਨੈਮੈਟਿਕਸ। ਸਟੈਟਿਕਸ ਵਿੱਚ ਕੀ ਹੁੰਦਾ ਹੈ? ਸਟੈਟਿਕਸ ਵਿੱਚ ਅਸੀਂ ਪੜ੍ਹਦੇ ਹਾਂ ਆਬਜੈਕਟਸ ਐਟ ਰੈਸਟ, ਯਾਨੀ ਜਿਹਦੇ ਵਿੱਚ ਕਿ ਆਬਜੈਕਟ ਜੋ ਹੈ ਉਹ ਰੈਸਟ ਵਿੱਚ ਹੁੰਦੇ ਆ, ਅਸੀਂ ਉਹਨਾਂ ਦੀ ਸਟੱਡੀ ਕਰਦੇ ਹਾਂ। ਹੁਣ ਕਈ ਬੱਚਿਆਂ ਨੂੰ ਬੜੀ ਹੈਰਾਨੀ ਹੋਊਗੀ ਕਿ ਲੈ ਵੀ ਜਦੋਂ ਆਬਜੈਕਟ ਰੈਸਟ ਵਿੱਚ ਫਿਰ ਪੜ੍ਹਦੇ ਕਿਉਂ, ਹਨਾ? ਅਗਰ ਰੈਸਟ ਵਿੱਚ ਹੀ ਹੈ ਨਾ ਤਾਂ ਉਹਦਾ ਕੋਈ ਵੈਲੋਸਿਟੀ ਹੋਏਗੀ ਨਾ ਐਕਸਲਰੇਸ਼ਨ ਹੋਏਗੀ, ਵਾਈ ਆਰ ਯੂ ਸਟੱਡਿੰਗ ਹੈ? ਸੋ ਆਪਾਂ ਕਿਉਂ ਪੜ੍ਹਦੇ ਹਾਂ ਸਟੈਟਿਕਸ ਵਿੱਚ? ਬੇਸਿਕਲੀ ਅਸੀਂ ਆਬਜੈਕਟ ਨੂੰ ਪੜ੍ਹਦੇ ਹਾਂ ਕਿ ਕਿਹੜੇ ਕਿਹੜੇ ਫੋਰਸਿਸ ਦੇ ਅੰਡਰ ਉਹ ਰੈਸਟ ਵਿੱਚ ਹੈ। ਜਿਵੇਂ ਮੰਨ ਲਓ ਆਬਜੈਕਟ ਹੈ ਇੱਕ, ਦੇਖੋ ਅਗਰ ਮੈਂ ਕਹਿ ਰਿਹਾ ਕਿ ਉਸਨੂੰ ਆਹ ਫੋਰਸ ਲੱਗ ਰਿਹਾ ਇਸ ਡਾਇਰੈਕਸ਼ਨ ਦੇ ਵਿੱਚ, ਇੱਕ ਫੋਰਸ ਲੱਗ ਰਿਹਾ ਇਸ ਡਾਇਰੈਕਸ਼ਨ ਦੇ ਵਿੱਚ, ਤਾਂ ਤੀਸਰਾ ਫੋਰਸ ਕਿਹੜੀ ਡਾਇਰੈਕਸ਼ਨ 'ਚ ਲੱਗੇ ਕਿ ਇਹ ਬਿਲਕੁਲ ਰੈਸਟ ਵਿੱਚ ਆ ਜਾਏ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਸਟੱਡੀ ਕਰਦੇ ਹਾਂ ਆਪਾਂ, ਜਿੱਥੇ ਇਕੁਇਲਿਬ੍ਰੀਅਮ ਹੁੰਦਾ ਹੈ ਫੋਰਸਿਸ ਦਾ। ਪਰ ਇਹਦੀ ਆਪਾਂ ਨੂੰ ਹੁਣੀ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਆਪਣਾ ਇਹ ਯੂਨਿਟ ਹਲੇ ਨਹੀਂ ਹੈ। ਯਾਨੀ ਅਸੀਂ ਆਬਜੈਕਟਸ ਨੂੰ ਜੋ ਰੈਸਟ ਵਿੱਚ ਨੇ ਉਹਨਾਂ ਨੂੰ ਸਟੱਡੀ ਕਰਦੇ ਹਾਂ ਕਿ ਕਿਹੜੇ ਕਿਹੜੇ ਫੋਰਸਿਸ ਦੇ ਅੰਡਰ ਉਹ ਰੈਸਟ ਵਿੱਚ ਹੈ। ਦੂਸਰੀ ਗੱਲ ਫਿਰ ਆਉਂਦੀ ਡਾਇਨਾਮਿਕਸ ਤੇ। ਡਾਇਨਾਮਿਕਸ ਕੀ ਹੈ? ਇਹਦੇ ਵਿੱਚ ਅਸੀਂ ਆਬਜੈਕਟਸ ਉਹ ਪੜ੍ਹਦੇ ਹਾਂ ਜਿਹੜੇ ਮੋਸ਼ਨ 'ਚ ਹੁੰਦੇ ਨੇ, ਬਟ ਅਸੀਂ ਇਹ ਚੀਜ਼ ਇਹ ਵੀ ਧਿਆਨ ਰੱਖਦੇ ਹਾਂ ਕਿ ਦੈਟ ਵਾਟ ਇਜ਼ ਦਾ ਕਾਜ਼ ਆਫ ਮੋਸ਼ਨ। ਕਾਜ਼ ਆਫ ਮੋਸ਼ਨ ਮਤਲਬ ਕੀ ਹੁੰਦਾ? ਬੇਸਿਕਲੀ ਮੋਸਟਲੀ ਫੋਰਸ ਹੁੰਦਾ ਹੈ ਆਪਣੇ ਕੋਲ। ਸੋ ਜਿਹੜੀ ਇਕੁਏਸ਼ਨ ਤੁਸੀਂ ਦੇਖੀ ਨਾ, ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਇਹ ਯਾਦ ਹੈ ਨਾ ਥੋੜੀ ਬਹੁਤੀ ਲੋਅਰ ਕਲਾਸਿਸ ਤੋਂ? Yes, sir. ਇਹ ਡਾਇਨਾਮਿਕਸ ਦੀ ਇਕੁਏਸ਼ਨ ਹੈ ਕਿਉਂਕਿ ਇਹਦੇ ਵਿੱਚ ਫੋਰਸ ਇਨਵੋਲਵਡ ਹੈ। ਸੋ ਡਾਇਨਾਮਿਕਸ ਦੇ ਵਿੱਚ ਤੁਹਾਨੂੰ ਮੈਂ ਇੱਕ ਸਿੰਪਲ ਜੀ ਗੱਲ ਦੱਸਦਾ, ਜ਼ਿਆਦਾਤਰ ਡਾਇਨਾਮਿਕਸ ਦੇ ਕੇਸ 'ਚ ਮਾਸ ਤੇ ਫੋਰਸ ਆਹ ਦੋ ਕੁਆਂਟੀਟੀਜ਼ ਵਿੱਚ ਜੋ ਵੀ ਜਦੋਂ ਵੀ ਇਨਵੋਲਵਡ ਹੁੰਦੀਆਂ ਨੇ, ਜ਼ਿਆਦਾਤਰ ਉਹ ਸਾਰੇ ਕੇਸਿਸ ਕਿਹੜੇ ਹੁੰਦੇ ਨੇ? ਡਾਇਨਾਮਿਕਸ ਦੇ ਕੇਸਿਸ ਹੁੰਦੇ ਨੇ, ਠੀਕ ਹੈ? ਕਿਉਂਕਿ ਫੋਰਸ ਲੱਗੇਗਾ ਕਿਸੇ ਵੀ ਮਾਸ ਦੀ ਬੋਡੀ ਤੇ, ਦੈਨ ਡਿਪੈਂਡ ਕਰਦਾ ਨਾ ਕਿ ਕਿੰਨਾ ਐਕਸਲਰੇਟ ਹੋਏਗੀ, ਇਟ ਡਿਪੈਂਡਸ ਔਨ ਮਾਸ ਆਲਸੋ। ਸੋ ਆਹ ਜਿਹੜੀ ਕੁਆਂਟੀਟੀਜ਼ ਤੁਹਾਨੂੰ ਇੱਥੇ ਦਿਖਣਗੀਆਂ ਡਾਇਨਾਮਿਕਸ ਵਿੱਚ। ਬਟ ਸਾਡੀ ਅੱਜ ਦਾ ਜਿਹੜਾ ਟੌਪਿਕ ਹੈ, ਜੋ ਆਪਣਾ ਯੂਨਿਟ ਸ਼ੁਰੂ ਹੋ ਰਿਹਾ, ਉਹ ਹੈ ਕਾਈਨੈਮੈਟਿਕਸ। ਕਾਈਨੈਮੈਟਿਕਸ ਵਿੱਚ ਵੀ ਅਸੀਂ ਪੜ੍ਹਦੇ ਹਾਂ ਆਬਜੈਕਟਸ ਇਨ ਮੋਸ਼ਨ, ਬਟ ਅਸੀਂ ਇੱਥੇ ਕੀ ਕਰਦੇ ਹਾਂ? ਵਿਦਆਊਟ ਕੰਸੀਡਰਿੰਗ ਦਾ ਕਾਜ਼ ਆਫ ਮੋਸ਼ਨ। ਅਸੀਂ ਉਸਦੇ ਕਾਜ਼ ਨੂੰ ਕੰਸੀਡਰ ਨਹੀਂ ਕਰਦੇ, ਨਾ ਹੀ ਉਹਦੇ ਵਿੱਚ ਇੰਟਰਸਟਿਡ ਹੁੰਦੇ ਆ। ਇਟ ਮੀਨਸ ਵੀ ਆਰ ਨਾਟ ਇੰਟਰਸਟਿਡ ਇਨ ਦਾ ਫੋਰਸਿਸ ਦੈਟ ਕਿਹੜੇ ਕਿਹੜੇ ਫੋਰਸਿਸ ਲੱਗ ਰਹੇ ਨੇ। ਕੋਈ ਇੰਟਰਸਟ ਨਹੀਂ ਹੈ ਸਾਨੂੰ ਫੋਰਸਿਸ ਦੇ ਵਿੱਚ। ਜਿਵੇਂ ਕੋਈ ਕਾਰ ਹੈ, ਕਾਰ ਚੱਲ ਰਹੀ ਹੈ, ਕਾਰ ਮੰਨ ਲਓ 40 ਕਿਲੋਮੀਟਰ ਪਰ ਆਰ ਤੇ ਚੱਲ ਰਹੀ ਹੈ। ਮੈਂ ਤੁਹਾਨੂੰ ਪੁੱਛ ਰਿਹਾ ਬੱਚੇ ਦੱਸੋ 3 ਘੰਟੇ ਵਿੱਚ ਕਾਰ ਕਿੰਨੇ ਕਿਲੋਮੀਟਰ ਚਲੀ ਜਾਏਗੀ? ਤੁਸੀਂ ਕਹੋਗੇ 40 ਕਿਲੋਮੀਟਰ ਪਰ ਆਰ ਮਲਟੀਪਲਾਈਡ ਬਾय 3 ਆਰ, ਤਾਂ ਟੋਟਲ ਆ ਗਿਆ 120 ਕਿਲੋਮੀਟਰ। ਪਰ ਤੁਸੀਂ ਇਹ ਨਹੀਂ, ਮੈਂ ਤੁਹਾਨੂੰ ਆ ਨਹੀਂ ਪੁੱਛੂੰਗਾ ਕਿ ਦੈਟ ਕਾਰ ਦੇ ਇੰਜਨ ਨੇ ਕਿੰਨਾ ਫੋਰਸ ਲਗਾਇਆ, ਕਾਰ ਦੇ ਟਾਇਰ ਤੇ ਸੜਕ ਦੇ ਵਿਚਕਾਰ ਕਿੰਨਾ ਫ੍ਰਿਕਸ਼ਨ ਸੀਗਾ। ਮਤਲਬ ਆਹ ਸਾਰੀਆਂ ਗੱਲਾਂ ਫਿਜ਼ੂਲ ਨੇ ਆਪਣੇ ਲਈ ਕਾਈਨੈਮੈਟਿਕਸ ਵਿੱਚ। ਸੋ ਆਪਾਂ ਕਾਈਨੈਮੈਟਿਕਸ ਦੀ ਫੋਰਸਿਸ ਬਾਰੇ ਕੋਈ ਗੱਲ ਨਹੀਂ ਕਰਾਂਗੇ, ਕਾਜ਼ ਬਾਰੇ ਯਾਨੀ ਕਾਜ਼ ਆਫ ਮੋਸ਼ਨ ਬਾਰੇ ਕੋਈ ਗੱਲ ਨਹੀਂ ਕਰਾਂਗੇ। ਵੀ ਵਿਲ ਜਸਟ ਸਟੱਡੀ ਦਾ ਮੋਸ਼ਨ। ਸਾਨੂੰ ਕਹਿ ਰਿਹਾ ਕਿ ਮੋਸ਼ਨ ਹੋ ਰਿਹਾ ਹੈ, ਹੁਣ ਹੋ ਕਿਉਂ ਰਿਹਾ ਉਹ, ਸਾਨੂੰ ਇਸ ਗੱਲ ਵਿੱਚ ਕੋਈ ਇੰਟਰਸਟ ਨਹੀਂ। ਜਿਵੇਂ ਕਿ ਕੋਈ ਮੈਨੂੰ ਕਹਿ ਰਿਹਾ ਕਿ ਮੰਨ ਲਓ ਇੱਕ ਬੱਚਾ ਹੈ, ਉਹ ਸਾਈਕਲ ਚਲਾ ਰਿਹਾ ਤੇ ਸਾਈਕਲ ਚਲਾਉਂਦੇ ਹੋਏ ਮੰਨ ਲਓ ਇਧਰੋਂ ਇਧਰ ਨੂੰ ਜਾ ਰਿਹਾ ਉਹ, ਠੀਕ ਹੈ, ਤੇ ਉਹਦੇ ਵਿੱਚ ਪਿੱਛੇ ਆ ਕੇ ਕੈਰੀਅਰ ਤੇ ਇੱਕ ਬੱਚਾ ਆ ਕੇ ਉਹਨੂੰ ਪੁਸ਼ ਕਰਦਾ ਆ, ਤੇ ਤੁਹਾਨੂੰ ਪਤਾ ਸਾਈਕਲ ਉਹਦਾ ਐਕਸਲਰੇਟ ਹੋਏਗਾ ਨਾ? Yes, sir. ਮੈਂ ਕਹੂੰਗਾ ਸਾਈਕਲ 5 ਮੀਟਰ ਪਰ ਸੈਕਿੰਡ ਤੇ ਜਾ ਰਿਹਾ ਸੀ, ਪਿੱਛੋਂ ਧੱਕਾ ਮਾਰਨ ਤੋਂ ਬਾਅਦ ਐਕਸਲਰੇਸ਼ਨ ਹੋਈ 2 ਮੀਟਰ ਪਰ ਸੈਕਿੰਡ ਸਕੁਅਰ, ਤਾਂ ਉਹ ਹੁਣ ਫਾਈਨਲ ਵੈਲੋਸਿਟੀ ਇੰਨੇ ਟਾਈਮ ਬਾਅਦ ਕਿੰਨੀ ਹੋਏਗੀ? ਬਸ ਇਹ 'ਚ ਇੰਟਰਸਟਿਡ ਹੋਊਗਾ ਮੈਂ। ਇਸ ਗੱਲ 'ਚ ਇੰਟਰਸਟਿਡ ਨਹੀਂ ਕਿ ਪਿੱਛੇ ਉਹਨੂੰ ਧੱਕਾ ਮਾਰਨ ਵਾਲਾ ਜਿਹੜਾ ਬੱਚਾ ਸੀ ਉਹਨੇ ਕਿੰਨਾ ਜ਼ੋਰ ਲਗਾਇਆ, ਠੀਕ ਹੈ? ਸੋ ਆਪਾਂ ਕਾਈਨੈਮੈਟਿਕਸ ਪੜ੍ਹ ਰਹੇ ਹਾਂ। ਸੋ ਕਾਈਨੈਮੈਟਿਕਸ ਵੀ ਸਾਡੇ ਕੋਲ ਕੋਈ ਵੀ ਫੋਰਸ ਜਾਂ ਮਾਸ ਇਹ ਸਭ ਚੀਜ਼ਾਂ ਨੂੰ ਆਪਾਂ ਇਨਵੋਲਵ ਨਹੀਂ ਕਰਦੇ, ਇਸ ਲਈ ਸਾਡੀ ਇਕੁਏਸ਼ਨਸ ਬਹੁਤ ਸਿੰਪਲ ਹੁੰਦੀਆਂ ਨੇ। ਸਾਡੀ ਇਕੁਏਸ਼ਨਸ 'ਚ ਇਨਵੋਲਵਡ ਹੁੰਦੇ ਨੇ ਜਿਹੜੇ, ਇੱਕ ਤਾਂ ਇਨਵੋਲਵਡ ਹੁੰਦੀਆਂ ਨੇ ਪੋਜੀਸ਼ਨਸ, ਠੀਕ ਹੈ, ਬਹੁਤ ਇੰਪੋਰਟੈਂਟ ਹੈ ਪੋਜੀਸ਼ਨ। ਪੋਜੀਸ਼ਨ ਤੋਂ ਬਾਅਦ ਇਨਵੋਲਵਡ ਹੁੰਦੀ ਹੈ ਆਪਣੇ ਕੋਲ, ਅੱਛਾ ਪੋਜੀਸ਼ਨ ਨੂੰ ਮਾਈਨਸ ਕਰੋਗੇ ਅਗਰ, ਫਾਈਨਲ ਮਾਈਨਸ ਇਨੀਸ਼ੀਅਲ, ਉਹਨੂੰ ਕੀ ਬੋਲਦੇ ਆ? ਕਰਾ ਚੁੱਕਾ ਮੈਂ, डेल्टा डी डिस्प्लेसमेंट। ਤੇ ਸਾਡੇ ਵਿੱਚ ਇਨਵੋਲਵ ਹੁੰਦੇ ਨੇ ਇਨਸਟੈਂਟਸ ਯਾਨੀ ਕਿ t1 ਐਂਡ t2, ਦੈਨ t2 - t1 ਨੂੰ ਕੀ ਕਹਿੰਦੇ ਆਪਾਂ? time period, time period, time interval, whatever you can say, ठीक है? सो पोजीशन इन्वॉल्व ਹੁੰਦੀ ਹੈ, डिस्प्लेसमेंट इन्वॉल्व ਹੁੰਦੀ ਹੈ, इंस्टेंट्स यानी कि टाइम इंटरवल इन्वॉल्व ਹੁੰਦੇ ਨੇ। ਫਿਰ ਆਪਣੇ ਕੋਲ ਇਹਨਾਂ ਦੀ ਸਪੀਡ ਇਨਵੋਲਵ ਹੁੰਦੀ ਹੈ, ਫਿਰ ਵੈਲੋਸਿਟੀ ਇਨਵੋਲਵ ਹੁੰਦੀ ਹੈ, ਫਿਰ ਐਕਸਲਰੇਸ਼ਨ ਇਨਵੋਲਵ ਹੁੰਦੀ ਹੈ, ਐਂਡ ਜਰਕ ਦੇ ਬਾਰੇ ਆਪਾਂ ਪੜ੍ਹਦੇ ਨਹੀਂ ਹੈ ਜ਼ਿਆਦਾ, ਪਰ ਫਿਲਹਾਲ ਵੈਸੇ ਦੱਸ ਦਿੰਦਾ ਤੁਹਾਨੂੰ ਜਰਕ ਵੀ ਹੁੰਦਾ ਹੈ।
ਜਰਕ ਬਾਰੇ ਬਾਅਦ ਚ ਗੱਲ ਕਰਾਂਗੇ, ਇਹ ਫਿਲਹਾਲ ਤੁਸੀਂ ਇਹਨੂੰ ਇਗਨੋਰ ਕਰ ਸਕਦੇ। ਸੋ ਆਹ ਜਿਹੜੀ ਚੀਜ਼ਾਂ ਇਨਵੋਲਵਡ ਹੁੰਦੀਆਂ ਨੇ ਇਹਨਾਂ ਦੇ ਬਾਰੇ ਹੀ ਆਪਣੀ ਪੂਰੀ ਸਟੱਡੀ ਚੱਲੇਗੀ ਜਿਹੜੀ ਆਪਣੀ ਕਾਇਨੈਮੈਟਿਕਸ ਦੀ ਹੋਗੀ। ਹਾਂਜੀ ਮਨੀ। ਸਰ ਆਪਾਂ ਇਹਨਾਂ ਨੂੰ ਮੋਸ਼ਨ ਦੇ ਪੈਰਾਮੀਟਰਸ ਕਹਿ ਸਕਦੇ ਹਾਂ। ਹਾਂ ਬਿਲਕੁਲ, ਇਮੋਸ਼ਨ ਦੇ ਪੈਰਾਮੀਟਰਸ ਨੇ, ਬਿਲਕੁਲ ਬਹੁਤ ਵਧੀਆ ਗੱਲ ਹੈ। ਇਹੀ ਪੈਰਾਮੀਟਰਸ ਬਦਲਦੇ ਨੇ ਤਾਂ ਆਪਾਂ ਕਹਿੰਦੇ ਇਮੋਸ਼ਨ ਵਿੱਚ ਕੁਝ ਬਦਲਾਅ ਹੋ ਰਿਹਾ ਵਾ, ਹਨਾ, ਇਸ ਲਈ ਇਮੋਸ਼ਨ ਦੇ ਪੈਰਾਮੀਟਰਸ ਵੀ ਕਹਿ ਸਕਦੇ ਆਪਾਂ ਇਹਨੂੰ। ਹੁਣ ਜਿਹੜੀ ਦੂਸਰੀ ਗੱਲ ਹੈ ਬੜੀ ਇੰਪੋਰਟੈਂਟ, ਆਪਾਂ ਨੂੰ ਕੁਝ ਚੀਜ਼ਾਂ ਦਾ ਫਰਕ ਸਮਝਣਾ ਪਏਗਾ, ਜਿਹੜੀ ਚੀਜ਼ਾਂ ਦਾ ਫਰਕ ਆਪਾਂ ਇਸ ਤੋਂ ਪਹਿਲਾਂ ਕਈ ਵਾਰ ਇਗਨੋਰ ਕਰਕੇ ਵੀ ਚੱਲਦੇ ਸੀ, ਜਿਵੇਂ ਕਿ ਇੱਕ ਡਿਸਟੈਂਸ ਤੇ ਡਿਸਪਲੇਸਮੈਂਟ। ਸਾਨੂੰ ਡਿਸਟੈਂਸ ਤੇ ਡਿਸਪਲੇਸਮੈਂਟ ਦਾ ਫਰਕ ਪਤਾ ਹੋਣਾ ਚਾਹੀਦਾ ਹੈ, ਨੰਬਰ 1। ਤੇ ਫਿਰ ਇਸ ਤੋਂ ਬਾਅਦ ਸਾਨੂੰ ਇੱਕ ਸਪੀਡ ਤੇ ਵੈਲੋਸਿਟੀ ਦਾ ਫਰਕ ਵੀ ਪਤਾ ਹੋਣਾ ਚਾਹੀਦਾ ਹੈ। ਸੋ ਆਪਾਂ ਹੁਣ ਇਹਦੇ ਬਾਰੇ ਪਹਿਲਾਂ ਗੱਲ ਕਰਾਂਗੇ। ਸੋ ਕੀ ਹੁੰਦਾ ਹੈ ਡਿਸਟੈਂਸ, ਜਾਣਦੇ ਹੋ? ਯੈਸ ਸਰ। Total distance. टोटल डिस्टेंस या फिर टोटल Total path traveled. Actual path. yes, total path length of the trajectory। trajectory मतलब ਹੁੰਦਾ ਹੈ ਜੋ ਵੀ ਉਹਦੀ trajectory ਰਹੀ ਹੈ, ਜਿਸ ਤਰ੍ਹਾਂ ਵੀ ਉਹ ਗਿਆ ਹੈ, ਜੋ ਵੀ ਉਹਦਾ path ਰਿਹਾ। total path length of the trajectory covered by object, ठीक है, is called distance। and distance जो है ये एक स्केलर क्वांटिटी ਹੁੰਦੀ ਹੈ, यानी ਇਹਦੀ ਕੋਈ ਵੀ डायरेक्शन नहीं ਹੁੰਦੀ। ਫਿਲਹਾਲ ਇਹਨਾਂ ਕਾਫੀ ਹੈ ਤੁਹਾਡੇ ਲਈ ਜਾਣਨਾ ਕਿ स्केलर मींस ਕੋਈ डायरेक्शन नहीं ਹੁੰਦੀ। ਸੋ ਡਿਸਟੈਂਸ ਲਈ ਤੁਸੀਂ ਟੋਟਲ ਪਾਥ ਲੈਂਥ ਮਾਪਣੀ ਹੁੰਦੀ ਹੈ, ਬਿਲਕੁਲ ਉਵੇਂ ਹੀ ਜਿਵੇਂ ਨਾਰਮਲੀ ਤੁਸੀਂ ਆਪਣੇ ਘਰੋਂ ਜਾਂਦੇ ਹੋ, ਸਕੂਲ ਜਾਂਦੇ ਹੋ ਤੇ ਰਸਤੇ ਵਿੱਚ ਕੋਈ ਸ਼ਾਰਟਕਟ ਮਾਰਦਾ ਹੈ ਕੋਈ, ਹੈ ਨਾ, ਤਾਂ ਆਪਾਂ ਨੂੰ ਪਤਾ ਕਿ ਡਿਸਟੈਂਸ ਉੱਥੋਂ ਜ਼ਿਆਦਾ ਪਏਗਾ, ਉੱਥੋਂ ਘੱਟ ਪਏਗਾ, ਆਪਾਂ ਨੂੰ ਪਤਾ ਹੈ। ਇਹ ਡਿਪੈਂਡ ਕਰਦਾ ਹੈ ਪਾਥ ਦੇ ਉੱਪਰ। ਜਿਵੇਂ ਕੋਈ ਆਬਜੈਕਟ ਹੈ ਇੱਥੋਂ A ਪੁਆਇੰਟ ਤੋਂ ਨਿਕਲਦਾ ਹੈ ਤੇ ਇੱਥੋਂ ਇਸ ਰਸਤੇ ਤੇ ਜਾ ਕੇ ਇਸ ਤਰ੍ਹਾਂ ਕਰਕੇ ਇੱਥੇ B ਪੁਆਇੰਟ ਤੇ ਆਉਂਦਾ ਹੈ, ਜਾਂ ਫਿਰ ਉਹ ਇੱਥੋਂ ਜਾ ਕੇ ਐ ਜਾ ਕੇ B ਪੁਆਇੰਟ ਤੇ ਆ ਜਾਂਦਾ ਹੈ, ਜਾਂ ਫਿਰ ਉਹ ਸਿੱਧਾ ਹੀ A ਪੁਆਇੰਟ ਤੋਂ ਨਿਕਲਦਾ ਹੈ ਤੇ ਇਸ ਤਰ੍ਹਾਂ B ਪੁਆਇੰਟ ਤੇ ਆਉਂਦਾ ਹੈ। ਤਾਂ ਇਹ ਬੇਸਿਕਲੀ ਤਿੰਨ ਅਲੱਗ-ਅਲੱਗ ਪਾਥਸ ਹੋ ਗਏ ਨਾ। ਦਿਸ ਇਜ਼ ਦਾ ਫਰਸਟ ਪਾਥ, ਦਿਸ ਇਜ਼ ਦਾ ਸੈਕੰਡ ਪਾਥ, ਦਿਸ ਇਜ਼ ਦਾ ਥਰਡ ਪਾਥ। ਤੇ ਡਿਸਟੈਂਸ ਤਿੰਨੋਂ ਰਸਤਿਆਂ ਦਾ ਅਲੱਗ-ਅਲੱਗ ਹੀ ਆਏਗਾ। ਪਹਿਲੇ ਦਾ ਡਿਸਟੈਂਸ ਸਭ ਤੋਂ ਜ਼ਿਆਦਾ ਆਏਗਾ, ਦੂਸਰੇ ਉਸ ਤੋਂ ਥੋੜਾ ਘੱਟ ਹੈ। ਸਭ ਤੋਂ ਸ਼ਾਰਟੈਸਟ ਡਿਸਟੈਂਸ ਜੋ ਹੁੰਦਾ ਆ ਉਹ ਸਟ੍ਰੇਟ ਲਾਈਨ ਹੁੰਦਾ ਹੈ ਹਮੇਸ਼ਾ। ਕਲੀਅਰ ਹੈ ਗੱਲ? ਯੈਸ ਸਰ। ਐਂਡ ਇੱਕ ਬੜੀ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ, ਚਾਹੇ ਤੁਸੀਂ A ਤੋਂ ਲੈ ਕੇ B ਤੱਕ ਦਾ ਡਿਸਟੈਂਸ ਕਰ ਲਓ ਗੱਲ, ਜਾਂ B ਤੋਂ ਲੈ ਕੇ A ਤੱਕ ਦਾ, ਤਾਂ ਤੁਸੀਂ ਕਿਸੇ ਪਾਰਟਿਕੂਲਰ ਪਾਥ ਦੇ ਬਾਰੇ ਜੇ ਗੱਲ ਕਰ ਰਹੇ ਹੋ ਤਾਂ ਉਹ ਬਰਾਬਰ ਹੀ ਕਿਹਾ ਰਹੇਗਾ, ਜਿੰਨੇ ਮੀਟਰ ਹੋਏਗਾ ਉਨੇ ਮੀਟਰ ਕਿਹਾ ਰਹੇਗਾ। ਕਲੀਅਰ? Yes, sir. ਹਾਲਾਂਕਿ ਆਪਾਂ ਇਸ ਚੀਜ਼ ਨੂੰ ਇਸ ਤਰ੍ਹਾਂ ਲਿਖਦੇ ਹਾਂ ਤਾਂ ਸਟ੍ਰੇਟ ਲਾਈਨ ਲਈ ਲਿਖਦੇ ਹਾਂ, ਇਸ ਤਰ੍ਹਾਂ ਦੇ ਪਾਥ ਲਈ ਨਹੀਂ ਲਿਖਦੇ। ਪਰ ਮੇਰਾ ਮਤਲਬ ਇਹ ਹੈ ਕਿ ਅਗਰ ਤੁਸੀਂ A ਤੋਂ ਮੇਜਰ ਕਰਦੇ ਹੋਏ ਇਸ ਤਰ੍ਹਾਂ B ਤੇ ਜਾਓਗੇ, ਜਾਂ B ਤੋਂ ਮੇਜਰ ਕਰਦੇ ਇਸੇ ਰਸਤੇ ਨਾਲ ਵਾਪਸ A ਤੇ ਜਾਓਗੇ, ਤਾਂ ਤੁਹਾਡਾ ਦੋਨੋਂ ਕੇਸਿਸ 'ਚ ਸੇਮ ਹੀ ਆਨਸਰ ਆਏਗਾ। ਡਿਸਟੈਂਸ ਵਿਲ ਬੀ ਦ ਸੇਮ। ਸੋ ਡਿਸਟੈਂਸ ਫਰਕ ਨਹੀਂ ਪੈਂਦਾ, ਤੁਸੀਂ A ਤੋਂ B ਜਾ ਰਹੇ ਹੋ ਜਾਂ B ਤੋਂ A ਜਾ ਰਹੇ ਹੋ, ਡਿਸਟੈਂਸ ਵਿਲ ਬੀ ਸੇਮ ਫॉर द सेम पाथ। ठीक है, डिस्टेंस चलो ਇਹਦੀ ਲਿਖਣ ਦੀ ਲੋੜ ਨਹੀਂ ਫਿਲਹਾਲ। ਡਿਸਟੈਂਸ ਆਪਾਂ ਲਿਖ ਲਿਆ, ਡਿਸਟੈਂਸ ਕੀ ਹੈ। ਹੁਣ ਡਿਸਪਲੇਸਮੈਂਟ ਕੀ ਹੁੰਦੀ ਹੈ? ਡਿਸਪਲੇਸਮੈਂਟ ਸਮਝਦੇ ਹੋ? ਸ਼ਾਰਟੈਸਟ ਪਾਥ। Between two positions. ਪਾਥ ਬਹੁਤ ਸਾਰੇ ਹੋ ਸਕਦੇ ਆ, ਪਰ ਜੇ ਮੈਂ ਕਹਾਂ ਕਿ A ਤੋਂ ਆਬਜੈਕਟ ਗਿਆ ਹੈ B ਵਾਲੇ ਪਾਸੇ, ਤਾਂ ਹਮੇਸ਼ਾ ਡਿਸਪਲੇਸਮੈਂਟ A ਤੋਂ ਸ਼ੁਰੂ ਹੋਏਗੀ, B ਤੱਕ ਜਾਏਗੀ with an arrow pointing from A towards B. This is called displacement. And displacement ਕੀ ਹੁੰਦੀ ਹੈ? The shortest Path travel by a body. ਹਾਂ, ਜਿਹੜੀ ਆ shortest distance ਹੀ ਕਹਿ ਦਿੰਦੇ ਆ। distance ਜਿੰਨੇ ਵੀ ਹੋ ਸਕਦੇ ਆ ਉਹਨਾਂ ਵਿੱਚੋਂ ਸਭ ਤੋਂ shortest distance ਹੋਏਗਾ, that is the displacement. So I can write it like shortest। ਇਹ ਮੈਂ ਅਸਲ ਵਿੱਚ ਨਾ ਜ਼ਿਆਦਾ ਉਹ ਕਹਿੰਦੇ ਉਹਦੇ ਚ ਨਹੀਂ ਜਾ ਰਿਹਾ, ਮੈਨੂੰ ਪਤਾ 9th ਕਲਾਸ ਤੁਸੀਂ ਇਹ ਪੜ੍ਹਿਆ ਹੋਇਆ ਵਾ। shortest distance traveled, या traveled नहीं कहो बल्कि shortest distance between initial and final positions is called displacement। and ਤੁਸੀਂ ਜਾਣਦੇ ਹੋ ਕਿ ਜਿਹੜੀ ਡਿਸਪਲੇਸਮੈਂਟ ਹੈ, ਅੱਛਾ ਡਿਸਪਲੇਸਮੈਂਟ ਦੇ ਯੂਨਿਟਸ ਤੇ ਡਾਇਮੈਂਸ਼ਨ ਵੀ ਸੇਮ ਹੀ ਹੋਣਗੇ ਨਾ, L ਜਿਸ ਤਰ੍ਹਾਂ ਡਿਸਟੈਂਸ ਦੇ L ਹੋਣਗੇ। Yes, sir. ਇਹ ਵੀ ਮੀਟਰ ਵਿੱਚ ਹੀ ਮੇਲ ਕੀਤੀ ਜਾਏਗੀ। ਠੀਕ ਹੈ, ਸੋ ਬਿਟਵੀਨ ਐਨੀ ਟੂ ਪੁਆਇੰਟਸ ਆवर ਸ਼ਾਰਟੈਸਟ ਡਿਸਟੈਂਸ ਜੋ ਹੋਏਗਾ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੋजीशंस ਇਜ਼ ਕਾल्ड डिस्प्लेसमेंट एंड इट इज अ वेक्टर क्वांटिटी। Vector quantity. एंड इसकी जो डायरेक्शन होएगी
ਇਹਦੇ ਵਿੱਚ ਕੋਈ ਫਰਕ ਪਏਗਾ ਦੱਸੋ? Yes, sir. Yes, फर्क पड़ेगा। इसकी डायरेक्शन इनिशियल टू फाइनल ही कही जाएगी हमेशा, इनिशियल टू फाइनल पोजीशन। ठीक है, क्लियर? Yes, sir. एंड याद रखना इतने फिर ए बी वैक्टर, ए बी के ऊपर असं वैक्टर का साइन पा देने अगर इज नॉट इक्वल टू बी ए वैक्टर। याद रखना ए तो बी, चाहे डिस्टेंस, चाहे तुम कहोगे मैग्नीट्यूड तो नहीं होएगा, है ना, जिवें आ रेड वाला है, चाहे ए तो बी जाओ चाहे बी तो ए जाओ, उन्हें रहेगा, पर डायरेक्शन मैटर कर रही है। डायरेक्शन ਨੂੰ ਅਸੀਂ ਅਲੱਗ ਹੋਣ ਦੀ ਵਜ੍ਹਾ ਨਾਲ ਇਹਨਾਂ ਨੂੰ ਬਰਾਬਰ ਨਹੀਂ ਕਹਿ ਸਕਦੇ। डिस्प्लेसमेंट इज नॉट इक्वल। ए टू बी वाली ए टू बी रहेगी, बी टू ए वाली बी टू ए वाली, क्योंकि डायरेक्शन दोनों की अलग अलग आएगी। क्लियर है इत्थे तक सब ਨੂੰ ਗੱਲ? Yes, sir. Yes, sir. Yes, sir. ਹੁਣ ਬੜੀ ਇੰਪੋਰਟੈਂਟ ਗੱਲ ਸਮਝੋ, ਜਦੋਂ ਆਪਣਾ ਮੋਸ਼ਨ ਇਨ ਸਟ੍ਰੇਟ ਲਾਈਨ ਹੁੰਦਾ ਆ, ਮੋਸ਼ਨ ਇਨ ਸਟ੍ਰੇਟ ਲਾਈਨ ਹੁੰਦਾ ਆ, ਤਾਂ ਸਟ੍ਰੇਟ ਲਾਈਨ ਮੋਸ਼ਨ ਨੂੰ ਅਸੀਂ ਹਮੇਸ਼ਾ ਕਿਸੇ ਰੈਫਰੈਂਸ ਪੁਆਇੰਟ ਤੋਂ ਹੀ ਸਟੱਡੀ ਕਰਦੇ ਆ। ਕੋਈ ਵੀ ਬੋਡੀ, ਕੋਈ ਵੀ ਆਬਜੈਕਟ ਸਟ੍ਰੇਟ ਲਾਈਨ 'ਚ ਮੂਵ ਕਰ ਰਿਹਾ, ਮੰਨ ਲਓ ਇਸ ਤਰ੍ਹਾਂ, ਇਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਅਸੀਂ ਜਿੱਥੋਂ ਵੀ ਆਬਜ਼ਰਵ ਕਰਦੇ ਆ ਉਸ ਨੂੰ ਬੋਲਦੇ ਆ ਅਸੀਂ origin। ਤਾਂ ਮੰਨ ਲਓ ਆ origin ਹੈ ਜਿੱਥੋਂ ਮੈਂ ਸਟੱਡੀ ਇਹਨੂੰ ਆਬਜ਼ਰਵ ਕਰ ਰਿਹਾ, ਜਾਂ ਸਮਝ ਲਓ ਇੱਥੋਂ ਹੀ ਖੜਾ ਹੋ ਕੇ ਮੈਂ ਉਸ ਨੂੰ ਆਬਜੈਕਟ ਨੂੰ ਦੇਖ ਰਿਹਾ ਹਾਂ, ਜਿਸ ਜੋ ਵੀ ਮੋਸ਼ਨ 'ਚ ਹੈ, whatever it is a car or it is a person, it is a motorbike or whatever। ਸੋ ਇਸ ਦੇ ਕਿਸੇ ਪਾਰਟਿਕੂਲਰ ਟਾਈਮ ਤੇ ਜਿਹੜੀ ਮੰਨ ਲਓ ਆਪਾਂ ਮੰਨ ਲੈਂਦੇ ਆ ਕਿ ਮੈਂ ਇਸ ਨੂੰ ਜਦੋਂ ਦੇਖ ਰਿਹਾ ਸੀ, ਜ਼ਰੂਰੀ ਨਹੀਂ ਹੈ ਕਿ ਮੇਰੀ ਸਟਾਪਵਾਚ 0 ਤੋਂ ਸ਼ੁਰੂ ਹੋਵੇ। ਇੱਕ ਗੱਲ ਯਾਦ ਰੱਖਣਾ ਹਮੇਸ਼ਾ, ਜ਼ਰੂਰੀ ਨਹੀਂ ਹੈ ਮੇਰੀ ਸਟਾਪਵਾਚ 0 ਤੋਂ ਸ਼ੁਰੂ ਹੋਵੇ। ਕਲੀਅਰ ਹੈ ਇਹ ਗੱਲ? ਅਗਰ ਮੈਂ ਤੁਹਾਨੂੰ ਕਹਿ ਰਿਹਾ, ਅਗਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ 5 ਮਿੰਟ 'ਚ ਆਇਆ ਬਸ, ਤੇ ਮੈਂ ਅਗਰ ਇਹੀ ਗੱਲ 5:15 ਤੇ ਕਹਿ ਰਿਹਾ ਤੁਹਾਡੀ ਘੜੀ ਵਿੱਚ, ਤਾਂ ਤੁਸੀਂ ਸਮਝ ਲਓਗੇ ਨਾ ਕਿ 5:20 ਤੱਕ ਆ ਜਾਊਂਗਾ ਵਾਪਸ। ਐਂਡ ਅਗਰ ਤੁਹਾਡੀ ਘੜੀ ਅੱਗੇ ਪਿੱਛੇ ਹੈ, ਤੁਹਾਡੀ ਘੜੀ 'ਚ 5:20 ਹੋਇਆ, ਤੁਸੀਂ ਕਹੋਗੇ ਤਾਂ ਮਤਲਬ ਮੈਂ 25 ਤੱਕ ਆ ਜਾਊਂਗਾ ਵਾਪਸ। ਯਾਨੀ ਕਿ ਤੁਸੀਂ ਉਸ ਟਾਈਮ ਇੰਟਰਵਲ ਨੂੰ ਆਪਣੇ ਨਵੇਂ ਜਿਹੜੀ ਵੀ ਤੁਹਾਡੀ ਇਨਸਟੈਂਟ ਹੁੰਦੀ ਹੈ ਘੜੀ ਦੇ ਵਿੱਚ, ਉੱਥੋਂ ਵੀ ਉਹਨੂੰ ਸਟੱਡੀ ਕਰ ਸਕਦੇ ਹੋ, ਬਿਲਕੁਲ ਉਵੇਂ ਹੀ ਸਮਝ ਸਕਦੇ ਹੋ। ਇਸ ਤਰ੍ਹਾਂ ਕੋਈ ਵੀ ਇਨਸਟੈਂਟ ਤੇ ਮੰਨ ਲਓ ਟਾਈਮ t1 ਦੇ ਉੱਪਰ, ਆ ਇਨਸਟੈਂਟ ਹੈਗਾ ਟਾਈਮ t1, ਉਹਦੇ ਉੱਪਰ ਜਿਹੜਾ ਆਬਜੈਕਟ ਇੱਥੇ ਪਹੁੰਚਿਆ, ਮੰਨ ਲਓ ਆ ਡਿਸਟੈਂਸ ਹੈਗਾ x1, ਤੇ t2 ਟਾਈਮ ਤੇ ਇੱਥੇ ਪਹੁੰਚ ਗਿਆ, ਮੰਨ ਲਓ ਡਿਸਟੈਂਸ ਹੈਗਾ x2। x2 ਕਿੰਨਾ ਹੈ? ਯਾਦ ਰੱਖਣਾ x2 ਇੱਥੇ ਤੱਕ ਦਾ ਡਿਸਟੈਂਸ ਹੈ, ਇਹ ਨਾ ਭੁੱਲ ਜਾਣਾ। ਇਹਨਾਂ ਨੂੰ ਪੋਜੀਸ਼ਨ ਬੋਲਦੇ ਆ ਅਸੀਂ, x2 ਇਹਨੂੰ ਬੋਲਦੇ ਆ x1। ਇਹਨੂੰ ਵੈਕਟਰ ਫਾਰਮ 'ਚ ਲਿਖਦੇ ਆ ਵੈਸੇ ਜ਼ਿਆਦਾਤਰ ਅਸੀਂ, ਕਿਉਂਕਿ ਵੈਕਟਰ ਹੁੰਦੀ ਹੈ। ਤੇ ਜਦੋਂ ਆਪਾਂ ਪੋਜੀਸ਼ਨਸ ਨੂੰ ਮਾਈਨਸ ਕਰਦੇ ਹਾਂ ਤਾਂ ਕਦੀ ਵੀ ਸਾਨੂੰ ਇੱਥੇ ਯਾਦ ਰੱਖਣਾ ਡਿਸਟੈਂਸ ਨਹੀਂ ਹੁੰਦਾ, ਉਹ ਡਿਸਪਲੇਸਮੈਂਟ ਹੁੰਦੀ ਹੈ। ਸੋ ਡਿਸਪਲੇਸਮੈਂਟ ਜਿਹੜੀ ਹੈ ਉਹ ਤੁਹਾਡੀ ਕਿੱਥੋਂ ਆਉਂਦੀ ਹੈ? ਪੋਜੀਸ਼ਨਸ ਫਾਈਨਲ ਵਾਲੀ ਪੋਜੀਸ਼ਨ ਵਿੱਚੋਂ ਇਨੀਸ਼ੀਅਲ ਵਾਲੀ ਹੀ ਮਾਈਨਸ ਕਰਨੀ ਹੁੰਦੀ ਹੈ, ਡਿਵਾਈਡ ਬਾय t2 ਮਾਈਨਸ t1। ਇਸ ਨੂੰ ਅਸੀਂ ਵੈਕਟਰ ਫਾਰਮ 'ਚ ਕਈ ਕਿਤਾਬਾਂ ਵਿੱਚ ਨਹੀਂ ਵੀ ਲਿਖਦੇ, ਪਰ ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਹਾਨੂੰ ਵੈਕਟਰ ਬਹੁਤ ਵਧੀਆ ਤਰ੍ਹਾਂ ਇਸ ਤੋਂ ਅਗਲੇ ਉਹ 'ਚ ਆ ਹੀ ਜਾਏਗਾ, ਨਾਲ ਹੀ ਸਮਝ ਆ ਜਾਏਗਾ, ਫਿਰ ਤੁਸੀਂ ਵੈਕਟਰ ਨੂੰ ਲਿਖ ਪਾਓਗੇ। ਫਿਲਹਾਲ ਤੁਸੀਂ ਚਲੋ ਇਗਨੋਰ ਕਰ ਦਿਓ ਇਹਨੂੰ, ਫਿਲਹਾਲ ਮੈਂ ਤੁਹਾਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਹਲੇ। ਤਾਂ ਇਹ ਆ ਜਾਏਗਾ ਡੈਲਟਾ x, ਇਹ ਆ ਜਾਏਗਾ ਡੈਲਟਾ t। ਇਸ ਨੂੰ ਅਸੀਂ ਕੀ ਬੋਲਦੇ ਆ? ਸੌਰੀ, ਡਿਸਪਲੇਸਮੈਂਟ x2 - x1 ਸੀ ਨਾ, ਡਿਸਪਲੇਸਮੈਂਟ ਬਾय ਟਾਈਮ ਕਰ ਦੋਗੇ, ਟਾਈਮ ਇੰਟਰਵਲ, वेलोसिटी। ਹਾਂ, ਇਹ ਐਵਰੇਜ ਵੈਲੋਸਿਟੀ ਹੈ, ਇਹ ਯਾਦ ਰੱਖਣਾ। ਤੇ ਇਹਦੇ ਵਿੱਚ ਆਪਾਂ ਡਿਸਪਲੇਸਮੈਂਟ ਦੀ ਗੱਲ ਕਰ ਰਹੇ ਹਾਂ, x2 - x1 ਕਰਕੇ ਡਿਸਪਲੇਸਮੈਂਟ ਆਈ ਹੈ। ਡਿਸਪਲੇਸਮੈਂਟ ਬੇਸਿਕਲੀ ਕੀ ਆਏਗੀ? ਆਏਗੀ ਡਿਸਪਲੇਸਮੈਂਟ ਇੱਥੇ ਤੱਕ, ਇਨੀਸ਼ੀਅਲ ਟੂ ਫਾਈਨਲ, ਆ ਰੈਡ ਵਾਲੀ ਜੋ ਇਹਦਾ ਹੀ ਮੈਗਨੀਟਿਊਡ ਇੱਥੇ ਆਏਗਾ ਉੱਪਰ, ਡਿਵਾਈਡ ਬਾय t2 - t1 ਡੈਲਟਾ x ਬਾय ਡੈਲਟਾ t। ਇਹ ਐਵਰੇਜ ਵੈਲੋਸਿਟੀ ਹੈ। ਐਂਡ ਅਗਰ ਤੁਸੀਂ ਇਨਸਟੈਂਟੇਨੀਅਸ ਵੈਲੋਸਿਟੀ ਦੇਖਣੀ ਹੈ, ਦੈਨ ਉਹਦੇ ਲਈ ਤੁਹਾਨੂੰ ਕੀ ਜ਼ਰੂਰੀ ਹੈ? ਤੁਹਾਨੂੰ x ਦਾ ਰਿਲੇਸ਼ਨ ਇਨ ਟਰਮਸ ਆਫ t ਗਿਵਨ ਹੋਣਾ ਚਾਹੀਦਾ ਹੈ। x should be given as a function of time। ਅਗਰ ਇਹ ਰਿਲੇਸ਼ਨ ਨਹੀਂ ਗਿਵਨ ਹੈ ਤਾਂ ਤੁਸੀਂ ਨਹੀਂ ਕਰ ਪਾਓਗੇ। ਸੋ ਇਹ ਰਿਲੇਸ਼ਨ ਗਿਵਨ ਹੋਏਗਾ ਤਾਂ ਤੁਸੀਂ ਕੀ ਕਰੋਗੇ? dx by dt। ਉਸ ਦੇ ਵਿੱਚ ਜਿਹੜੇ ਵੀ ਟਾਈਮ ਦੇ ਉੱਪਰ ਪੁੱਛਿਆ ਉਹ ਵਾਲਾ ਇਨਸਟੈਂਟ ਇੱਥੇ ਪੁੱਟ ਕਰ ਦੋਗੇ ਨਾ, ਫਿਰ ਉਹਦੇ ਨਾਲ ਤੁਹਾਨੂੰ ਜੋ ਮਿਲੇਗੀ that is velocity, that is called instantaneous velocity, and this will be velocity at some instant, and this average velocity will be average velocity between two instants, या कह लो कि for a time interval। clear है गलत तक? Yes, sir. ठीक है। सो याद है रखना है ਆਪਾਂ कि बेसिकली जो डिस्टेंस ते डिस्प्लेसमेंट ਦਾ ਫਰਕ ਹੈ, ਉੱਥੋਂ ਹੀ ਆਪਣੇ ਕੋਲ ਫਰਕ ਆਂਦਾ ਹੈ ਵੈਲੋਸਿਟੀ ਤੇ ਸਪੀਡ ਦਾ। डिस्टेंस एंड डिस्प्लेसमेंट, ਅਗਰ ਤੁਸੀਂ ਟੋਟਲ ਡਿਸਟੈਂਸ ਲੈ ਲੈਂਦੇ ਹੋ ਕੋਈ ਵੀ ਇੰਟਰਵਲ ਦੇ ਵਿੱਚ, ਜਿੰਨਾ ਵੀ ਡਿਸਟੈਂਸ ਕਵਰ ਕੀਤਾ ਗਿਆ, ਡਿਵਾਈਡਡ ਬਾਈ ਟਾਈਮ ਇੰਟਰਵਲ, ਦੇਖੋ ਤੁਹਾਡਾ ਮੋਸਟਲੀ ਉਹੀ ਹੋਏਗਾ t2 - t1, ਜਿਹੜੇ ਵੀ ਦੋ ਇੰਟਰਵਲਸ ਵਿੱਚ ਕਿਹਾ ਗਿਆ ਉਹਨਾਂ ਨੇ। ਐਂਡ ਦਿਸ ਵਿਲ ਬੀ ਕਾਲਡ ਐਵਰੇਜ
ਕੀ ਕਹੇਗਾ ਕੀ ਕਵਾਂਗੇ ਇਹਨੂੰ ਆਪਾਂ Speed. yes it will be called average speed and ਅਗਰ ਤੁਸੀਂ displacement ਵਿੱਚ ਕਰਦੇ ਹੋ total displacement Average velocity. yes ਇਹ ਯਾਦ ਰੱਖਣਾ total displacement over time interval then this will be called average velocity and instantaneous ਵਾਲੀ ਗੱਲ ਇੱਥੋਂ ਹੀ ਆਏਗੀ ਅਗਰ distance ਨੂੰ ਤੁਸੀਂ x ਨਾਲ denote ਕਰ ਦੋ ਜਾਂ displacement ਨੂੰ ਵੀ ਤੁਸੀਂ x ਨਾਲ ਜਾਂ ਫਿਰ s ਨਾਲ denote ਕਰ ਦੋ whatever ਤੇ ਤੁਸੀਂ ਉਹਦਾ ਜਿਹੜਾ ਡੈਰੀਵੇਟਿਵ ਕਰੋਗੇ ਨਾ ਅਗਰ ਟਾਈਮ ਦੇ ਨਾਲ then ਤੁਹਾਨੂੰ instantaneous velocity ਮਿਲੇਗੀ and ਇੱਧਰ ਤੁਹਾਨੂੰ ਕੀ ਮਿਲੇਗੀ instantaneous speed instantaneous speed ਆ ਇੱਕ ਗੱਲ ਹੋ ਗਈ ਹੁਣ ਆਪਾਂ ਜਿਵੇਂ ਕੋਈ ਇਹਨਾਂ ਚੀਜ਼ਾਂ ਨੂੰ ਇਦਾਂ ਕਰਕੇ ਦੇਖਦੇ ਹਾਂ ਕੁਝ ਕੁਐਸਚਨਸ ਦੀ ਫਾਰਮ 'ਚ ਦੇਖਦੇ ਆ ਸੋ ਸਭ ਤੋਂ ਪਹਿਲਾਂ ਦੇਖੋ ਬਹੁਤ ਧਿਆਨ ਨਾਲ ਸਮਝਣਾ ਤੇ ਸੋਚ ਕੇ ਜਵਾਬ ਦੇਣਾ ਬਸ ਮੰਨ ਲਓ ਕਿ ਕੋਈ ਆਬਜੈਕਟ ਹੈ ਇਸ ਤਰ੍ਹਾਂ ਇੱਥੋਂ ਨਿਕਲਦਾ ਹੈ A ਪੁਆਇੰਟ ਤੋਂ ਐਂਡ ਐਕਚੁਅਲ ਪਾਥ ਦਿਖਾ ਰਿਹਾ ਤੁਹਾਨੂੰ ਮੈਂ ਇਸ ਤਰ੍ਹਾਂ ਜਾਂਦਾ ਹੈ ਤੇ ਇੱਕ ਸੈਮੀ ਸਰਕੂਲਰ ਪਾਥ ਲੈ ਕੇ ਉਹ ਜਾ ਕੇ ਇੱਥੇ ਪਹੁੰਚ ਜਾਂਦਾ ਹੈ B ਪੁਆਇੰਟ ਤੇ ਦਿਸ ਇਜ਼ ਦਾ B ਪੁਆਇੰਟ ਐਂਡ ਜਿਸ ਸੈਮੀ ਸਰਕੂਲਰ ਆਰਕ ਦੇ ਵਿੱਚੋਂ ਮੂਵ ਕਰ ਰਿਹਾ ਇਹਦਾ ਰੇਡੀਅਸ ਹੈ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਰੇਡੀਅਸ ਹੈ ਮੰਨ ਲਓ R ਠੀਕ ਹੈ ਤਾਂ ਕੀ ਤੁਸੀਂ ਦੱਸ ਸਕਦੇ ਹੋ ਇੱਥੇ ਵਾਟ ਇਜ਼ ਦਾ ਰੇਸ਼ੋ ਆਫ distance and displacement Sir, Pi by 2. pi by 2. pi by 2 sure Yes, sir. so this is the path basically and अगर distance cover करना है तो distance कितना आएगा सोचो Pi r. Pi r. 2 pi r आएगा pi r आएगा सिर्फ and displacement 2r. ਕਿਉਂਕਿ ਡਿਸਪਲੇਸਮੈਂਟ ਦੇ ਲਈ ਤੁਸੀਂ ਇਹ ਦੇਖਣਾ ਨਹੀਂ ਹੈ ਸੋਚਣਾ ਵੀ ਨਹੀਂ ਹੈ ਕਿਹੜੇ ਰਸਤੇ ਗਏ ਕਿਹੜੇ ਨਹੀਂ ਗਏ ਮੈਂ ਬਿਲਕੁਲ ਫਿਕਰ ਨਹੀਂ ਕਰਨੀ ਬਸ A ਤੋਂ ਸ਼ੁਰੂ ਕਰੂੰਗਾ B ਤੇ ਪਹੁੰਚੂਗਾ ਸਿੱਧਾ ਹੀ ਐਂਡ ਦਿਸ ਵਿਲ ਬੀ ਦਾ ਡਿਸਪਲੇਸਮੈਂਟ ਐਂਡ ਇਹਦਾ ਡਿਸਪਲੇਸਮੈਂਟ ਦਾ ਮੈਗਨੀਟਿਊਡ ਤੁਹਾਨੂੰ ਪਤਾ ਹੈ R ਐਂਡ R 2R ਹੋਏਗਾ ਸੋ 2R ਹੋਏਗਾ ਤਾਂ ਆਬਵੀਅਸਲੀ ਤੁਹਾਨੂੰ ਪਤਾ ਕਿ ਇਹਨਾਂ ਦਾ ਰੇਸ਼ੋ ਕੀ ਆਏਗਾ ਬਿਲਕੁਲ ਠੀਕ ਜਵਾਬ ਦਿੱਤਾ ਸੀ ਬਹੁਤ ਫਾਸਟ ਦਿੱਤਾ ਪਾਈ ਬਾਈ 2 ਕਲੀਅਰ ਹੈ ਗੱਲ ਇਹ Yes sir. ਇਸ ਤਰ੍ਹਾਂ ਦਾ ਹੋਰ ਵੀ ਕੋਈ ਕੁਐਸਚਨ ਹੋ ਸਕਦਾ ਹੈ ਅੱਛਾ ਇੱਕ ਕੁਐਸਚਨ ਆ ਦੇਖੋ ਫਿਰ ਤੁਸੀਂ ਦੱਸਣਾ ਮੈਨੂੰ ਡਿਸਟੈਂਸ ਵੀ ਦੱਸਣਾ ਹੈ ਤੇ ਡਿਸਪਲੇਸਮੈਂਟ ਵੀ ਦੱਸਣਾ ਹੈ ਨਾਓ ਕੁਐਸਚਨ ਹੈ ਮੰਨ ਲਓ ਇੱਕ ਆਪਾਂ ਇਸ ਤਰ੍ਹਾਂ ਬਣਾਇਆ ਕਿਊਬ ਹੈ ਮੰਨ ਲਓ 3 ਡਾਈਮੈਂਸ਼ਨਲ ਹੀ ਸੋਚਣਾ ਆਣਾ ਚਾਹੀਦਾ ਤੁਹਾਨੂੰ ਜ਼ਰੂਰ ਨਹੀਂ ਕਿ 2 ਡਾਈਮੈਂਸ਼ਨਲ ਹੀ ਆਪਣਾ ਹੋਏਗਾ ਕੰਮ ਮੰਨ ਲਓ ਆਇਆ ਤੇ ਇਸ ਤਰ੍ਹਾਂ ਇੱਕ ਕਿਊਬ ਹੈ say this is a cube and ਇਹਦੇ ਅੰਦਰ ਇੱਥੇ ਇਹ ਮੈਂ ਸ਼ੇਡ ਕਰ ਰਿਹਾ ਇਹ ਮਤਲਬ ਸਮਝ ਲਓ ਪਿੱਛੇ ਆ ਉਹਦੇ ਠੀਕ ਹੈ ਸ਼ੇਡ ਕਰਨ ਨਾਲ ਬਸ 3 ਡਾਈਮੈਂਸ਼ਨਲ ਜਾਂ ਥੋੜਾ ਵਿਊ ਜਾ ਜਾਂਦਾ ਆ ਆਪਣਾ ਹੈ ਤੇ ਇਹ ਹੈਗਾ ਕਿਊਬ this is a cube of edge length is equal to A edge length A वाला एक क्यूब है सारे ने देख लो ठीक है A एज लेंथ है ते मान लो कि आ वाला पॉइंट है A आ वाला पॉइंट है A ते आ A पॉइंट तो एक ऑब्जेक्ट निकलदा है मान लो ते ऑब्जेक्ट इथों A तो निकल के पहला जांदा है इस साइड इथे तक फिर इथों जांदा है इस साइड इथे तक फिर इथों जांदा है ऊपर इस तरह 3 डायमेंशनल समझ आ रहा है सब लोग किस तरह बन रहे हैं Yes sir. ठीक है आ वाला ਜਿਹੜਾ पॉइंट जिथे पहुंच गया this is point B and it has gone through this path and this path ठीक है and now ਤੁਸੀਂ ਮੈਨੂੰ ਦੱਸਣਾ ਹੈ what is distance and displacement da matlab magnitude ਦੱਸਣਾ ਹੈ displacement ਦਾ ਤੁਸੀਂ Sir, distance is 3a. Distance is 3a and Displacement is root 3a. ਬੜਾ ਇਹ ਵੀ ਤੁਸੀਂ ਤਾਂ ਬੋਡੀ ਡਾਇਗਨਲ ਵੀ ਕੱਢ ਕੇ ਬੜੇ ਆਰਾਮ ਨਾਲ ਕਰ ਲਿਆ ਰੂਟ 3a ਜਿਹਨੇ ਵੀ ਦੱਸਿਆ ਬਹੁਤ ਵਧੀਆ ਦੱਸਿਆ ਇਹ a ਹੈ ਦੇਖੋ ਇਹ a ਹੈ ਤਾਂ ਆਪਾਂ ਜਦੋਂ ਪਹਿਲਾਂ ਇਸ a ਤੇ a ਦੇ ਉੱਪਰ ਪਾਈਥਾਗੋਰਸ ਥਿਊਰਮ ਲਗਾਵਾਂਗੇ ਨਾ ਸੋਚੋ ਧਿਆਨ ਨਾਲ ਜਿਹੜੇ ਬੱਚੇ ਨਹੀਂ ਵੀ ਸਮਝ ਪਾਏ ਹਲੇ ਵੀ ਆ ਜਿਹੜਾ ਬਣੇਗਾ ਨਾ ਇਸ ਨੂੰ ਕੀ ਕਹਿੰਦੇ ਆ ਫੇਸ ਡਾਇਗਨਲ ਬੋਲਦੇ ਆ ਕੀ ਬੋਲਦੇ ਆ फेस डायगोनल क्योंकि ये एक फेस के ऊपर है ना ਇਹਦੇ ਨੀਚੇ ਵਾਲੇ ਫੇਸ ਦੇ ਉੱਪਰ ਹੀ ਹੈ ਦੇਖੋ ਇਹ ਕਿੰਨਾ ਆਏਗਾ
ਇਹ ਆਏਗਾ √2 ਟਾਈਮਸ a ਇਹ ਤਾਂ ਪਤਾ ਹੀ ਹੈ ਤੁਹਾਨੂੰ। ਹੁਣ ਆਹ ਵਾਲੇ ਯੈਲੋ ਕਲਰ ਵਾਲੇ ਇਸ ਫੇਸ ਡਾਇਗਨਲ ਤੇ ਆਹ ਵਾਲਾ ਜਿਹੜਾ ਵਰਟੀਕਲ ਖੜਾ ਹੈ ਇਹ ਵਾਲਾ, ਇਹਨਾਂ ਦੋਨਾਂ ਨੂੰ ਜੇ ਤੁਸੀਂ ਸੋਲਵ ਕਰੋਗੇ ਬਿਲਕੁਲ ਇਸ ਤਰ੍ਹਾਂ ਹੀ, ਤਾਂ ਆਪਣੇ ਕੋਲ ਆਏਗਾ ਇੱਥੋਂ ਆਹ ਵਾਲਾ a ਤੋਂ ਲੈ ਕੇ b ਤੱਕ, ਇਸ a ਤੋਂ ਲੈ ਕੇ b ਤੱਕ ਵਾਲੇ ਇਸ ਨੂੰ ਕੀ ਕਹਿੰਦੇ ਆ, ਬੋਡੀ ਡਾਇਗਨਲ। ਕੀ ਬੋਲਦੇ ਆ, ਬੋਡੀ ਡਾਇਗਨਲ। ਤੇ ਆ ਵੀ ਪਰਪੈਂਡੀਕੂਲਰ ਹੋਏਗਾ ਯੈਲੋ ਨਾਲ, ਤਾਂ ਇਹ √2a ਐਂਡ ਇਹ a, ਇਹਦਾ ਵੀ ਤੁਸੀਂ ਕਰੋਗੇ ਤਾਂ ਬੇਸਿਕਲੀ ਆ ਜਾਏਗਾ √3 ਟਾਈਮਸ a। ਸੋ ਦਿਸ ਕरेक्ट। ਫਾਰਮੂਲਾ ਵੀ ਪਾ ਸਕਦੇ ਸਿੱਧਾ ਫਾਰਮੂਲਾ ਵੀ ਆਹੀ ਹੁੰਦਾ ਸਰ ਜੀ। ਯੈਸ ਸਰ ਇਹੀ ਹੁੰਦਾ। ਕਿਹਦਾ ਫਾਰਮੂਲਾ? ਸਰ Diagonal ਦਾ ਹਾਂ, ਡਾਇਗਨਲ ਆਫ ਕਿਊਬ ਦਾ ਆਬਵੀਅਸਲੀ ਫਾਰਮੂਲਾ ਇਸੇ ਲਈ ਆਈ ਹੁੰਦਾ ਨਾ, ਕਿਉਂਕਿ ਫਾਰਮੂਲਾ ਇੱਥੋਂ ਹੀ ਬਣਿਆ ਹੁੰਦਾ ਨਾ, ਠੀਕ ਹੈ ਨਾ। ਓਕੇ ਸਰ। ਸੋ ਅੱਛਾ ਤੁਹਾਨੂੰ ਫਾਰਮੂਲਾ ਵਗੈਰਾ ਵੀ ਪਤਾ ਸੀ ਪਹਿਲਾਂ ਹੀ? Yes, sir. ਅੱਛਾ, ਮੈਂ ਕਿਹਾ ਕਿ ਤੁਸੀਂ ਇਹ ਕੈਲਕੂਲੇਟ ਕਰ ਰਹੇ ਹੋ, ਬੇਸਿਕਲੀ ਐਂ ਹੀ ਹੁੰਦਾ ਨਾ, ਫੇਸ ਡਾਇਗਨਲ ਕੀਤਾ, ਉਸ ਤੋਂ ਬਾਅਦ ਉੱਪਰ ਜਾ ਕੇ ਆਪਾਂ ਉਹਦੇ ਨਾਲ ਲਗਾ ਕੇ ਫਿਰ ਪਾਇਥਾਗੋਰਸ ਲਗਾਤੀ, ਤੇ ਆ ਦੇਖੋ ਪਾਇਥਾਗੋਰਸ ਲਗਾ ਕੇ ਮੈਂ ਤੁਹਾਨੂੰ ਦੱਸ ਦਿੰਦਾ, ਆ ਯੈਲੋ ਵਾਲਾ ਜਿਹੜਾ ਹੈ √2 ਟਾਈਮਸ a, ਪਹਿਲਾਂ ਇਹਦਾ ਸਕੁਅਰ ਹੋਏਗਾ, ਫਿਰ ਉਹ ਵਾਲਾ ਜਿਹੜਾ a ਹੈ ਇਕੱਲਾ ਉਹਦਾ ਸਕੁਅਰ ਹੋਏਗਾ, ਤੇ ਉਹਦਾ ਰੂਟ ਕਰਾਂਗੇ ਤਾਂ ਆਏਗਾ ਨਾ ਬੋਡੀ ਡਾਇਗਨਲ। ਤਾਂ ਇਹ ਆ ਜਾਏਗਾ √2a ਸਕੁਅਰ plus a ਸਕੁਅਰ, ਬਸ ਆ ਗਿਆ √3a। ਸੋ ਦਿਸ ਇਜ਼ ਦਾ ਡਿਸਟੈਂਸ ਐਂਡ ਦਿਸ ਇਜ਼ ਦਾ ਡਿਸਪਲੇਸਮੈਂਟ। ਹੁਣ ਮੈਂ ਇਹਦੇ ਵਿੱਚ ਹੀ ਥੋੜੇ ਚੇਂजेस ਕਰੂੰਗਾ, ਮੈਨੂੰ ਤੁਸੀਂ ਆਪ ਦੱਸਣਾ ਜਵਾਬ। ਅਗਰ ਇਹ a ਨਾ ਹੁੰਦਾ, ਇਹ ਕਿਊਬੋਇਡ ਹੁੰਦਾ, ਤੇ ਮੰਨ ਲਓ ਇਹਦੀ ਲੈਂਥ ਜਾਂ x ਹੁੰਦੀ, ਆ y ਹੁੰਦੀ, ਆ z ਹੁੰਦਾ, ਤਾਂ ਤੁਹਾਡਾ ਡਿਸਟੈਂਸ ਕੀ ਆਣਾ ਸੀ ਤੇ ਡਿਸਪਲੇਸਮੈਂਟ ਕੀ ਆਣਾ ਸੀ? x plus y ਤੇ ਫਿਰ ਡਿਸਪਲੇਸਮੈਂਟ ਕੀ ਆਣੀ ਸੀ? √x ਵੈਰੀ ਗੁੱਡ। ਸੋ ਆ ਹੁੰਦਾ ਬੇਸਿਕਲੀ ਆਪਣਾ ਬੋਡੀ ਡਾਇਗਨਲ। ਉਹ ਜਨਰਲ ਆਪਣਾ a ਬਰਾਬਰ ਸੀ ਕਿਤਾਬ ਉਸ ਤਰ੍ਹਾਂ ਲਿਖ ਲੇ। ਸੋ ਇਹ ਇੱਥੇ ਤੱਕ ਕਲੀਅਰ ਹੈ ਸਭ ਨੂੰ? yes sir ਕੁਐਸਚਨ ਤੁਹਾਨੂੰ ਕਈ ਤਰ੍ਹਾਂ ਦੇ ਆ ਸਕਦੇ ਆ। ਇੱਕ ਹੋਰ ਕੁਐਸਚਨ ਦੇਖਦੇ ਆਪਾਂ। ਜੇ ਮੰਨ ਲਓ ਆਪਾਂ ਨੂੰ ਇਸ ਤਰ੍ਹਾਂ ਆ ਜਾਵੇ ਕਿ ਹਾਂ, ਕੁਐਸਚਨ ਆ ਮੰਨ ਲਓ ਲਿਖਦਾ ਮੈਂ, ਦੇਖੋ a wheel of radius r is rolling on the road, ਜਿਵੇਂ ਨਾਰਮਲੀ ਵੀਲ ਜਿਹੜੇ ਹੁੰਦੇ ਆ ਰੋਡ ਤੇ ਚੱਲਦੇ ਆ, ਤੁਹਾਨੂੰ ਪਤਾ ਹੈ ਰੋਲ ਕਰਦੇ ਆ। what will be the displacement of a point p point मैं दिखा देना अपने डायग्राम बना के, in half rotation या in half rotation of the wheel। ਤੇ क्वेश्चन बेसिकली मैं बना देना इत्थे अपना, मान लो आ अपना ग्राउंड है इस तरह, ਤੇ ਇਹਦੇ ਉੱਪਰ ਇੱਕ ਵੀਲ ਹੈ ਸਰਕੂਲਰ ਇਸ ਤਰ੍ਹਾਂ, ਵੀਲ ਦਾ ਰੇਡੀਅਸ r ਹੈ, ਤੇ ਵੀਲ ਦੇ ਉੱਪਰ ਜੋ ਪੁਆਇੰਟ p ਹੈ ਉਹ ਇੱਥੇ ਹੈ। this is the point p on the wheel and this is the radius से r ਜਿਹੜੇ ਮਰਜ਼ੀ ਪਾਸੇ ਸ਼ੋ ਕਰ ਦੋ, this is radius r। ਤੁਸੀਂ ਇਹ ਦੱਸਣਾ ਹੈ ਕਿ ਜਦੋਂ ਇਹ ਵੀਲ ਹਾਫ ਰੋਟੇਸ਼ਨ ਕਰੇਗਾ, ਹਾਫ ਰੋਟੇਸ਼ਨ ਤੋਂ ਬਾਅਦ ਵੀਲ ਅੱਗੇ ਆ ਜਾਏਗਾ ਨਾ, ਤਾਂ ਉਹਦਾ p ਪੁਆਇੰਟ ਦਾ ਡਿਸਪਲੇਸਮੈਂਟ ਕਿੰਨਾ ਹੋਏਗਾ? ਡਿਸਪਲੇਸਮੈਂਟ 2r ਕਿਵੇਂ ਆਇਆ 2r? Yes sir. ਕਿਸ ਤਰ੍ਹਾਂ? दूसरे डायमीटर नाल रोटेट करेगा, डायमीटर के अकॉर्डिंग। Sir hypotenuse आएगा sir। अच्छा मेरी ਗੱਲ ਸੁਣੋ, ਧਿਆਨ ਨਾਲ ਸੋਚੋ। Sir pi r। ਸੋਚੋ ਮੇਰੀ ਰੁਕ ਜਾਓ, ਮੇਰੀ ਗੱਲ ਸੁਣੋ। Sir pi r। ਜਦੋਂ ਥੋੜਾ ਇਹ ਅੱਗੇ ਆਏਗਾ, ਪਹਿਲੀ ਗੱਲ ਤਾਂ ਦੱਸੋ ਕਿ ਜਦੋਂ ਇੱਕ ਵੀਲ ਪੂਰਾ, ਜਿਵੇਂ ਆ ਵੀਲ ਹੈ, ਆ ਵੀਲ ਦਾ ਪੁਆਇੰਟ ਹੈ ਇੱਕ ਨੀਚੇ, ਤੇ ਜਦੋਂ ਇਹ ਇਸ ਤਰ੍ਹਾਂ ਆ ਮੰਨ ਲਓ ਪੁਆਇੰਟ P ਹੈ, ਇਹਦਾ ਨਾਮ ਰੱਖ ਲਓ P, ਜਦੋਂ ਇਹ ਵੀਲ ਪੂਰਾ ਰੋਟੇਟ ਕਰੇਗਾ, ਇਹ ਅੱਗੇ ਇਸ ਤਰ੍ਹਾਂ ਜਾਏਗਾ ਨਾ, ਅੱਗੇ ਇਸ ਤਰ੍ਹਾਂ, ਤਾਂ ਉਸ ਤੋਂ ਬਾਅਦ ਅੱਗੇ ਜਦੋਂ ਥੋੜਾ ਜਿਹਾ ਅੱਗੇ ਵਧੇਗਾ ਤਾਂ P ਪੁਆਇੰਟ ਇੱਥੇ ਆ ਜਾਏਗਾ ਨਾ ਕਿਤੇ ਪਿੱਛੇ। ਯੈਸ ਸਰ। ਫਿਰ ਇਸ ਤੋਂ ਬਾਅਦ ਥੋੜਾ ਹੋਰ ਅੱਗੇ ਵਧੇਗਾ ਵੀਲ, ਤਾਂ P ਪੁਆਇੰਟ ਥੋੜਾ ਉੱਪਰ ਚੱਲ ਜਾਏਗਾ ਨਾ ਇਸ ਤਰ੍ਹਾਂ। Yes sir। ਫਿਰ ਇਹ ਕਰਦੇ ਕਰਦੇ ਵੀਲ ਜਦੋਂ ਇੱਥੇ ਪਹੁੰਚੇਗਾ ਤਾਂ ਬੇਸਿਕਲੀ P ਪੁਆਇੰਟ ਸਭ ਤੋਂ ਉੱਪਰ ਚੜ ਜਾਏਗਾ ਨਾ।
Yes, sir. फिर जो पूरी रोटेशन करेगा, पूरी रोटेशन करता करता जो ये व्हील इस तरह आएगा वापस p नीचे आएगा तो ये बेसिकली ये टोटल डिस्टेंस कितना हो चुका होगा 2 पाई r। ये गल दोस्तों समझ है कि नहीं इस गल दी? Yes, sir. Yes, sir. पर मैं क्या कि ये ਤਾਂ ਇਹਨਾਂ ਕਵਰ ਕੀਤਾ ਹੀ ਨਹੀਂ, ਹਾਫ ਰੋਟੇਸ਼ਨ ਹੋਈ ਹੈ। ਹਾਫ ਰੋਟੇਸ਼ਨ ਹੋਏਗੀ ਤਾਂ p ਜਿਹੜਾ ਹੈ ਸਭ ਤੋਂ ਪਹਿਲਾਂ ਨੀਚੇ ਤੋਂ ਸਭ ਤੋਂ ਉੱਪਰ ਪਹੁੰਚੇਗਾ ਇੱਥੇ, ਤੇ ਜਦੋਂ Yes, sir. ਹਾਫ ਰੋਟੇਸ਼ਨ ਹੋਏਗੀ ਤਾਂ ਆਹ ਡਿਸਟੈਂਸ ਕਿੰਨਾ ਹੋਏਗਾ ਹਾਫ ਰੋਟੇਸ਼ਨ ਤੱਕ? ਪਾਈ r। ਪਾਈ ਆਰ ਸਰ ਪਾਈ ਅਸੀਂ ਆਰ। ਦੂਸਰੇ ਟਾਈਪ ਨਾਲ ਤੁਹਾਨੂੰ ਦੱਸੀ ਉਹਦੀ ਡਿਸਪਲੇਸਮੈਂਟ ਵੀਲ ਹੈਂ? ਦੇ ਵਿੱਚ ਸਰ ਹੈਂ? ਅਸੀਂ ਪਹਿਲੇ ਵਾਲਾ ਆਨਸਰ ਦੱਸਿਆ ਸੀਗਾ ਸਰ, ਅਸੀਂ ਦੂਸਰੇ ਟਾਈਪ ਨਾਲ ਡਿਸਪਲੇਸਮੈਂਟ ਦੱਸੀ ਸੀਗੀ ਡਿਸਪਲੇਸਮੈਂਟ ਆਪਾਂ ਦੇਖੋ ਨਾ, ਡਿਸਪਲੇਸਮੈਂਟ ਜਿਹੜੇ ਪੁਆਇੰਟ ਦੀ ਕਹੀ ਆ ਆਪਾਂ ਉਸ ਪੁਆਇੰਟ ਦੀ ਗੱਲ ਕਰਾਂਗੇ। ਹੁਣ ਇਹ ਪੁਆਇੰਟ ਜਿਹੜਾ ਹੈਗਾ ਇਹ ਵੀਲ ਦੇ ਉੱਪਰ ਆ, p ਪੁਆਇੰਟ ਮੰਨ ਲਓ। ਹੁਣ ਪੁਆਇੰਟ ਦਾ ਉੱਪਰ ਚੜ ਗਿਆ ਇੱਥੇ ਜਾ ਕੇ, p ਪੁਆਇੰਟ ਹੈ ਕਿ ਨਹੀਂ, ਇੱਥੇ ਸੀਗਾ ਤਾਂ ਡਿਸਪਲੇਸਮੈਂਟ ਬੇਸਿਕਲੀ ਜਿਵੇਂ ਆਪਾਂ ਬਾਈ ਡੈਫੀਨੇਸ਼ਨ ਸਮਝਿਆ ਆ ਹੋਏਗੀ ਕਿ ਨਹੀਂ? Yes, sir. ਯੈਸ ਹਾਂ। ਸਰ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਆ ਜਿਹੜਾ ਹੋਏਗਾ ਆ ਵਾਲਾ ਆ ਡਿਸਟੈਂਸ ਕਿੰਨਾ ਹੋਏਗਾ, Pi r. ਤੇ ਆ ਕਿੰਨਾ ਹੋਏਗਾ? 2 r. ਤੇ ਨਾਓ ਯੂ ਕੈਨ ਗੈਟ ਦਾ ਡਿਸਪਲੇਸਮੈਂਟ অর ਨੋਟ? Yes, sir. Yes, sir. ਠੀਕ ਹੈ ਨਾ? ਸੋਚੋ ਤਾਂ ਡਿਸਪਲੇਸਮੈਂਟ ਤੁਹਾਡੀ ਕਿੰਨੀ ਆਏਗੀ? ਇਹਨੂੰ p ਡੈਸ਼ ਕਹਿ ਦਈਏ, p ਡੈਸ਼ ਤਾਂ ਨਹੀਂ ਕਹਿ, ਚਲੋ p ਕਹਿ ਦੋ ਪੁਆਇੰਟ ਨੂੰ। Sir, √4 pi into r. बेसिकली पाइथागोरस लग जाएगी, पाई r द होल स्क्वायर Yes, sir. प्लस 2r द होल स्क्वायर। आंसर आएगा ਤੁਹਾਡਾ r बाहर आ जाएगा, ये आ जाएगा पाई स्क्वायर प्लस 4 अंडर द रूट। क्लियर है गल? Yes, sir. ਸੋ ਤੁਸੀਂ ਇਹ ਗੱਲ ਕਦੀ ਨਹੀਂ ਭੁੱਲਣੀ ਕਿ ਡਿਸਪਲੇਸਮੈਂਟ ਜੋ ਹੈ ਉਹ ਕੈਲਕੂਲੇਟ ਕਿਵੇਂ ਕਰਦੇ ਆ ਅਸੀਂ। ਡਿਸਪਲੇਸਮੈਂਟ ਕੈਲਕੂਲੇਟ ਕਰਨ ਦਾ ਤਰੀਕਾ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਸਮਝ ਲੱਗ ਗਈ ਸਭ ਨੂੰ ਗੱਲ? Yes. Yes, sir. ਤੇ ਆਪਾਂ ਨੂੰ ਸਪੀਡ ਐਂਡ ਵੈਲੋਸਿਟੀ ਦੇ ਬਾਰੇ ਵੀ ਜੋ ਗੱਲ ਪਤਾ ਲੱਗ ਗਈ ਹੈ, ਆਪਾਂ ਹੁਣ ਉਸ ਦੇ ਹਿਸਾਬ ਨਾਲ ਇੱਥੇ ਗੱਲ ਕਰ ਸਕਦੇ ਹਾਂ। ਦੇਖੋ ਪਹਿਲਾਂ ਆਪਾਂ ਗੱਲ ਕਰੀਏ ਸਪੀਡ ਦੀ। बच्चे म्यूट कर लो, आवाज आ रही बहुत सारी। क्रिश स्पीड दी, स्पीड ਜਿਹੜੀ ਕਿ स्केलर क्वांटिटी है। ਹੁਣ ਆਪਾਂ ਦੇਖਦੇ ਹਾਂ ਇਹਨਾਂ ਚ ਕੌਣ ਜ਼ਿਆਦਾ ਜਾਂ ਘੱਟ ਹੋ ਸਕਦਾ ਇੱਕ ਦੂਸਰੇ ਤੋਂ, ਉਹ ਦੇਖਦੇ ਹਾਂ। ਸਪੀਡ स्केलर क्वांटिटी ਤੇ ਸਪੀਡ ਹੁੰਦੀ ਕੀ ਹੈ? डिस्टेंस अपॉन टाइम ना। Yes, sir. ਤੇ ਐਵਰੇਜ ਸਪੀਡ ਕੀ ਹੁੰਦੀ ਹੈ? Total distance over total time. ਟੋਟਲ ਡਿਸਟੈਂਸ ਓਵਰ ਟੋਟਲ ਟਾਈਮ। ਇਹਦੇ ਵਿੱਚ ਟਾਈਮ ਜਿੰਨਾ ਮਰਜ਼ੀ ਵੱਡਾ ਹੋ ਸਕਦਾ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਟੋਟਲ ਟਾਈਮ ਚੱਕ ਕੇ ਸਿੱਧਾ ਹੀ ਨੀਚੇ ਲਿਖ ਦੇਵਾਂਗੇ, ਚਾਹੇ ਮੈਂ ਉਸ ਦੌਰਾਨ ਢਾਬੇ ਤੇ ਬੈਠ ਕੇ ਚਾਹ ਹੀ ਪੀ ਰਿਹਾ ਸੀ। ਇਹ ਆਪਾਂ ਸਵੇਰੇ ਗੱਲ ਕੀਤੀ ਹੈ ਨਾ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਡਿਸਟੈਂਸ ਤੇ ਡਿਸਪਲੇਸਮੈਂਟ ਚ ਕੀ ਫਰਕ ਹੈ? ਜਿਵੇਂ ਜੇ ਮੈਂ ਕੋਈ ਦੋ ਪੁਆਇੰਟਸ ਵਿੱਚ ਕਿਸੇ ਦੋ ਇੰਟਰਵਲ ਦੀ ਗੱਲ ਕਰਾਂ, ਡਿਸਟੈਂਸ ਜੋ ਹੁੰਦਾ ਹੈ ਉਹ ਹਮੇਸ਼ਾ ਡਿਸਪਲੇਸਮੈਂਟ ਤੋਂ ਜਾਂ ਵੱਡਾ ਹੁੰਦਾ ਹੈ ਜਾਂ ਜਾਂ ਇਕੁਅਲ, है ना। ਤੇ ਆਪਾਂ ਡਿਸਪਲੇਸਮੈਂਟ ਦਾ ਇੱਥੇ ਮੋਡ ਪਾ ਦਿੰਦੇ ਆ ਕਿਉਂਕਿ ਡਿਸਪਲੇਸਮੈਂਟ ਦਾ ਬੇਸਿਕਲੀ ਮੈਗਨੀਟਿਊਡ ਦੀ ਗੱਲ ਕਰਦੇ ਆ ਅਸੀਂ, ਕਿਉਂਕਿ डायरेक्शन ਦੇ ਬਾਰੇ ਅਸੀਂ ਇੱਥੇ ਇੰਟਰਸਟ ਨਹੀਂ ਲੈ ਰਹੇ ਹਾਂ। ਠੀਕ ਹੈ, तो डिस्टेंस अगर हमेशा ही डिस्प्लेसमेंट तो या ਵੱਡਾ या बराबर होएगा, तो अगर दोनों साइड में टाइम डिवाइड कर दूंगा किसी पर्टिकुलर ਉਹਦਾ, ਤਾਂ ਇੱਥੇ ਮੇਰੇ ਕੋ ਕੀ ਆਏਗਾ? एवरेज स्पीड। एवरेज स्पीड भी यानी ग्रेटर देन इक्वल टू की होएगी? Average velocity. एवरेज वेलोसिटी ਦਾ ਮੈਗਨੀਟਿਊਡ। ਆ ਗੱਲਾਂ ਤਾਂ ਤੁਹਾਨੂੰ ਵੈਸੇ ਕਾਮਨ ਸੈਂਸ ਨਾਲ ਵੀ ਪਤਾ ਹੋਣਗੀਆਂ ਕਿਉਂਕਿ ਤੁਸੀਂ ਬਹੁਤ ਵਧੀਆ ਡਿਸਟੈਂਸ ਡਿਸਪਲੇਸਮੈਂਟ ਦੇ ਬਾਰੇ ਸਮਝਦੇ ਹੀ ਹੋ ਤੇ ਦੱਸ ਹੀ ਰਹੇ ਸੀ ਹੋਣੀ, ਇਸ ਲਈ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਪਤਾ ਹੋਣਾ। ਕਲੀਅਰ ਹੈ ਗੱਲ? Yes, sir. Yes, sir. ਹੁਣ ਜਿਵੇਂ ਕੁਐਸਚਨ ਦੇਖੋ, ਇੱਕ मान लो let a boy starts walking at t is equal to 4 seconds। ਹੁਣ ਤੁਸੀਂ ਕਹੋਗੇ ਨਹੀਂ 0 ਤੋਂ ਕਿਉਂ ਨਹੀਂ? ਉਹ ਬਈ ਉਹ ਜੋ ਹੈਗਾ ਉਹ ਹੈਗਾ 4 ਸੈਕਿੰਡ ਤੇ ਤੁਰ ਪਿਆ ਅਗਲਾ। ਮੰਨ ਲਓ ਉਹਨੇ ਸਟਾਪ ਵਾਚ ਔਨ ਕਰਕੇ ਖੜਾ ਹੀ ਰਿਹਾ, ਉਹਨੇ ਸਟਾਰਟ ਹੀ 4 ਸੈਕਿੰਡ ਤੇ ਕੀਤਾ ਹੈ ਮੰਨ ਲਓ ਵਾਕ ਕਰਨਾ। ਠੀਕ ਹੈ, ਐਂਡ ਹੀ walks 6 meter towards east। ठीक है, ईस्ट का ਤੁਹਾਨੂੰ ਪਤਾ ਹੈ ਨਾ, ईस्ट वही अपना ईस्ट।
Yes. and then ਉਸ ਤੋਂ ਬਾਅਦ 8 meter towards south. He reaches at final point, at final position कह लो, at t is equal to 15 seconds. Find the distance, sorry, for distance नहीं सच, find average speed and average velocity. सो देखो ਤੁਹਾਨੂੰ ਪਤਾ ਹੈ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਨਾਰਥ ਈਸਟ ਵੈਸਟ ਸਾਊਥ। ਸੋ ਇੱਥੇ ਮੁੰਡੇ ਨੂੰ ਇੱਥੋਂ ਸ਼ੁਰੂ ਕਰਾ ਲਓ। ਉਹ ਸਭ ਤੋਂ ਪਹਿਲਾਂ ਕਿੱਧਰ ਗਿਆ? ਟੁਵਾਰਡਸ ਈਸਟ 6 ਮੀਟਰ ਗਿਆ, ਇਧਰ ਜਾਣ ਦੋ ਉਹਨੂੰ 6 ਮੀਟਰ। Sir, distance would be 14 by 15 and displacement 10 by 15. ਐਂਡ ਉਸ ਤੋਂ ਬਾਅਦ ਉਹ ਸਾਊਥ ਤੇ ਆਇਆ ਇੱਧਰ 8 ਮੀਟਰ। Yes, sir. ਸੋ ਇਹ ਇੱਥੇ ਮੈਂ ਦਿਖਾ ਦੇਣਾ, ਇੱਧਰ ਗਿਆ ਤੇ ਇੱਧਰ ਗਿਆ। ਹੁਣ ਤੁਸੀਂ ਇਸ ਜਰਨੀ ਬਾਰੇ ਦੇਖਦੇ ਹੋ ਕਿ ਸਟਾਰਟ ਕਿੱਥੋਂ ਕੀਤਾ ਉਹਨੇ, 4 ਸੈਕਿੰਡ ਤੇ ਸ਼ੁਰੂ ਕੀਤਾ, ਇਹ ਜਰਨੀ ਖਤਮ ਕਿੱਥੇ ਕੀਤੀ ਉਹਨੇ? 15 ਸੈਕਿੰਡ। तो थोड़ा डेल्टा टी में तो कोई फर्क नहीं पैंदा ना, तो स्केलर ही है। कितना होएगा? 11 सेकंड होएगा, है ना? यस सर। क्रिश Yes, sir. ਤੁਸੀਂ ਨਾ ਮਿਊਟ ਰੱਖਣਾ, ਪਰ ਆਵਾਜ਼ ਬਹੁਤ ਆ ਰਹੀ ਹੈ, ਪਤਾ ਨਹੀਂ ਤੁਹਾਡੇ ਸਾਈਡ ਤੋਂ ਕਿਉਂ ਆ ਰਹੀ ਹੈ ਆਵਾਜ਼। ठीक है, जो क्वेश्चन होवे ताही बोलना, नहीं तो म्यूट कर लिया करो, ठीक है? ते डिस्टेंस दसो कितना आया भाई? 14 14 by 11 14 एंड डिस्प्लेसमेंट कितनी है? 10 हाँ, पाइथागोरस लगाती तुसी 10 मीटर आ गया। यस तो बेसिक फिर थोड़ा एवरेज स्पीड जेडी आएगी कितनी आएगी? 14 by 11 11.2. हाँ जी। ते उस तो बाद एवरेज 10 by 11 10 by 11 हाँ। सो ਇਹ ਸਭ ਤੁਹਾਨੂੰ ਹੁਣ ਪਤਾ ਹੈ ਕਿ ਐਵਰੇਜ ਸਪੀਡ ਐਂਡ ਐਵਰੇਜ ਉਹ ਬੇਸਿਕਲੀ ਕਿੱਥੋਂ ਕੈਲਕੂਲੇਟ ਕਰਨੀ ਹੈ। ਉਹਦੇ ਲਈ ਆਪਾਂ ਜੋ ਧਿਆਨ ਦੇਣਾ ਹੈ ਡਿਸਟੈਂਸ ਤੇ ਡਿਸਪਲੇਸਮੈਂਟ ਦਾ ਧਿਆਨ ਦੇਣਾ ਹੈ, ਦੈਨ ਆਪਣਾ ਹੋ ਜਾਏਗਾ ਕੰਮ, ਠੀਕ ਹੈ? ਸੋ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਹੋਰ ਬਹੁਤ ਇੰਪੋਰਟੈਂਟ, ਇਹ ਕੁਐਸਚਨ ਤਾਂ ਬੜੇ ਸੌਖੇ ਸੀ, ਇਹ ਹੁਣ ਆਪਾਂ ਅਗਲੇ ਨੈਕਸਟ ਉੱਤੇ ਆਨੇ ਆ ਕੁਐਸਚਨ। ਸੋ ਹੁਣ ਦੇਖੋ ਧਿਆਨ ਨਾਲ ਕਿਵੇਂ ਕਰਦੇ ਹੋ ਤੁਸੀਂ। ਅ ਮੈਨ goes from A to B, goes from A to B at V1 speed and returns from B to A at V2 speed। मतलब एक अलग ही स्पीड ते गया, अलग ही स्पीड ते आया, ते मतलब अगर कह रहे ने B2 है मतलब यूनिफॉर्म स्पीड रही ना ਉਹਦੀ V1 ਤੇ V2। ਹੁਣ फाइंड करनी है ਤੁਸੀਂ सब तो पहली गल ਤਾਂ एवरेज स्पीड, ਉਸ ਤੋਂ ਬਾਅਦ दूसरी गल फाइंड करनी है एवरेज वेलोसिटी इस पूरी जर्नी ਦੇ ਲਈ। ਦੱਸੋ ਹੁਣ ਕਿਵੇਂ ਕਰੋਗੇ? average speed v1 plus v2 by 2 सर एवरेज स्पीड कितनी आएगी? 0 v1 plus v2 by 2 देखो ना ਤੁਸੀਂ ਇਹ ਕਰੋ, ਪਹਿਲਾਂ ਤਾਂ A ਪੁਆਇੰਟ ਤੇ B ਪੁਆਇੰਟ ਨੂੰ ਮੰਨ ਲਓ ਕੁਝ ਵੀ। A ਪੁਆਇੰਟ ਤੇ B ਪੁਆਇੰਟ ਦਾ ਡਿਸਟੈਂਸ ਜੋ ਹੈ ਮੰਨ ਲਓ ਡਿਸਟੈਂਸ ਕਿੰਨਾ ਹੈ? x। ਕੁਝ ਵੀ ਮੰਨ ਲਓ, ਤੁਹਾਨੂੰ ਨਹੀਂ ਪਤਾ ਨਾ, ਹੈ ਨਾ? ਸੋ ਸਭ ਤੋਂ ਪਹਿਲਾਂ ਦੇਖੋ ਸਾਰੀ ਗੱਲਾਂ ਕਲੀਅਰ ਕਰ ਲਓ। ਪਹਿਲਾਂ A ਤੋਂ B ਜਦੋਂ ਗਿਆ ਤਾਂ ਜਾਣ ਵੇਲੇ ਉਹਨੂੰ ਕਿੰਨਾ ਟਾਈਮ ਲੱਗਿਆ ਹੈਗਾ ਦੱਸੋ? T1 T1, sir. that is x by v1 ਪਰ ਵਾਪਸ ਉਹ ਕਿਸੇ ਹੋਰ ਸਪੀਡ ਤੇ ਆਇਆ, ਸੋ ਵਾਪਸ ਆਂਦੇ ਹੋਏ ਉਸ ਨੂੰ By ਕਿੰਨਾ V2. ਟਾਈਮ ਲੱਗਿਆ ਹੈਗਾ? X on V2. x by v2 ਸੋ ਅਗਰ ਮੈਂ ਐਵਰੇਜ ਸਪੀਡ ਦੀ ਗੱਲ ਕਰਾਂ ਤਾਂ ਪਹਿਲੀ ਗੱਲ ਤਾਂ ਟੋਟਲ ਡਿਸਟੈਂਸ ਕਿੰਨਾ ਆਇਆ ਦੱਸੋ? 2x 2x ਉਹ ਆਪਾਂ ਮੰਨ ਲਏ 2x ਹੋ ਗਿਆ। ਐਂਡ ਟਾਈਮ ਟੇਕਨ ਕਿੰਨਾ ਹੋਇਆ?
T1 plus T2. x by v1 plus x by v2, therefore average speed की आएगी 2x divided by x by v1 plus x by v2. वैल्यू सॉल्व कर लो 2 into v2 v1 by v1 plus v2. क्लियर है गल? Yes, Yes, sir. sir. Yes. दूसरे केस की देखोगे टोटल डिस्प्लेसमेंट कितनी होएगी दसो? Sir, 0. हाँ यही गल बड़ी इंपॉर्टेंट है। इतने बच्चे ने गलती कर रहे थे, टोटल डिस्प्लेसमेंट गया ते आया वापस, इनिशियल पॉइंट भी यही है, फाइनल पॉइंट भी यही है, तो टोटल डिस्प्लेसमेंट 0, सो एवरेज वेलोसिटी कितनी आएगी? 0. एवरेज वेलोसिटी आएगी 0। क्लियर है गल? Yes, sir. Yes. ठीक है ना? आज ये टोटल डिस्प्लेसमेंट 0 आती है बाय डेफिनेशन, तो बच्चों को ये समझ आ जाती है, पर फिर भी किते ना किते बच्चों को जो डिस्प्लेसमेंट्स ऐड करनी होती है तो थोड़ी जी कंफ्यूजन होती है। मैं वो थोड़ी कंफ्यूजन थोड़ी दूर करने की कोशिश करता हूँ। सो वो आप गल करते हैं इस तरह कि मान लो आप किसी फ्रेम के काम कर रहे हैं, आ फ्रेम है अपना, या फिर स्ट्रेट लाइन ली तो एक्स एक्सिस ही काफी होंगी है, आ एक्स एक्सिस ते आप काम कर रहे हैं ते आ मान लो है 0 ते तुसी हुण की हुण मैं फ्रेम ते प्रॉपर सेट कर देना सारी वैल्यूज पहले ही 0 1 2 3 4 5 6 7 8 9 10 11 12 एंड सो ऑन, एंड इसी तरह इधर भी है -1 -2 करके। ਇਹਦੇ ਨਾਲ मैं बस ਤੁਹਾਨੂੰ ਇੱਕ ਕਨਵੈਨਸ਼ਨ, ਇੱਕ ਸਾਈਨ ਕਨਵੈਨਸ਼ਨ ਸਮਝਾਣੀ ਚਾਹ ਰਿਹਾ ਹਾਂ, बहुत ध्यान ਨਾਲ ਸਮਝੋ इसਨੂੰ। ਬਾਕੀ ਤੁਹਾਡੀ मैं देख ली सारी ਗੱਲਾਂ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਨੇ, ਪਰ ਕੁਝ ਗੱਲਾਂ ਆਪਾਂ ਦੇਖਣੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਆਬਜ਼ਰਵਰ ਜਿਹੜੀ ਮਰਜ਼ੀ ਜਗ੍ਹਾ ਤੋਂ ਆਬਜ਼ਰਵ ਕਰ ਰਿਹਾ ਹੋਏ, ਨੈਟ ਡਿਸਪਲੇਸਮੈਂਟ ਦਾ ਕੋਈ ਫਰਕ ਨਹੀਂ ਪੈਂਦਾ ਅਗਰ ਕੋਈ ਆਬਜੈਕਟ ਕਿਸੇ ਵੀ ਪੁਆਇੰਟ ਤੋਂ ਕਿਸੇ ਦੂਸਰੇ ਪੁਆਇੰਟ ਤੇ ਗਿਆ ਹੈ। ਫॉर एग्जांपल ਮੰਨ ਲੈਂਦੇ ਆ ਇੱਕ ਡਿਸਪਲੇਸਮੈਂਟ ਮੈਂ ਇੱਥੇ ਹਾਈਲਾਈਟ ਕਰ ਦਿੰਦਾ ਕਿ ਮੰਨ ਲਓ ਇੱਥੋਂ कोई ऑब्जेक्ट इथे तक गया है, ऑब्जर्वर सॉरी कोई ऑब्जेक्ट मूव करके 3 to 8 गया, तुसी मेनू ऐ ही देखदे ही दस सकदे हो कि कितनी है डिस्प्लेसमेंट, दस दो। 5 units. ठीक है 5 है। हुण जी होया की है कि जेड़ा बंदा ऑब्जर्व कर रहा ओ मान लो ओरिजिन ते है, इस जगह तो ऑब्जर्व कर रहा सी, इस जगह ते खड़ा होके, तो ओदे लई इनिशियल ओदी कितनी सी पोजीशन दसो? 3 फाइनल कितनी सी? 8 तो तुसी जी डेल्टा एक्स डिस्प्लेसमेंट लिखते हो ना, याद रखना फिजिक्स में चेंज हमेशा फाइनल माइनस इनिशियल होता है, कभी इनिशियल माइनस फाइनल नहीं होता, याद रखना। तो डेल्टा एक्स कितना आएगा ਤੁਹਾਡਾ? 5 कितना आया? 5 आ 5 मीटर आया। अच्छा एक और चीज दिखाना ਤੁਹਾਨੂੰ मैं, मान लो कोई इथे इस जगह ते ऑब्जर्वर ही है, हले भी इस तरह मूव किया है कोई इस तरह, तो हुण इस केस दे विच देखो कि जिहड़ी तुहाडी इनिशियल पोजीशन कितनी आएगी? -8 यस इट इज -8। इनिशियल पोजीशन 0 तो देखो इधर इधर देख रहा हूं मैं, -8 ते फाइनल -3 ते हुण भी मैं डेल्टा एक्स करूंगा ना, तो मैं फाइनल -8 करूंगा, तो फाइनल कितनी है? -8 ते की बनया देखो 5 बिल्कुल सेम आया ना। यस सर। यानी कि अगर कोई ऑब्जेक्ट किसी भी पॉइंट तो शुरू होके अगर 5 मीटर राइट साइड नु जा रहा है, तो ऑब्जर्वर चाहे इहदे इस साइड खड़ा होकर ऑब्जर्व कर रहा है या इस साइड खड़ा होकर ऑब्जर्व कर रहा है, और टुवर्ड्स राइट जाने वाली डिस्प्लेसमेंट नु साडी कैलकुलेशन की कह रही है? पॉजिटिव ही आ रही है। क्लियर गल? यस सर। ठीक है। Yes, sir. आप एक दो डिस्प्लेसमेंट और लेने हैं कि मान लो अगर कोई ऑब्जेक्ट इस तरह होंदा, मान लो ਇਹਦੇ ਵਿੱਚ ਉੱਪਰ ਹੀ ਦੇਖ ਲਓ, मैं थोड़ा ठीक कर दूं, ऐ ਹੁੰਦਾ मान लो ਇਹਦੇ ਉੱਪਰ ਹੀ ਦਿਖਾਦਾ मैं, देखो इधर यानी इथों 8 पोजीशन तो लेके 3 तक आंदा, ਤਾਂ ਤੁਹਾਡੀ ਇਨੀਸ਼ੀਅਲ ਪੋਜੀਸ਼ਨ ਆ ਹੋਣੀ ਸੀ ਨਾ, ਫਾਈਨਲ ਆ ਹੋਣੀ ਹੈ ਨਾ। then ਤੁਹਾਡਾ ਇਨੀਸ਼ੀਅਲ ਯਾਨੀ xi ਕਿੰਨਾ ਆਣਾ ਸੀ? -8 8 xf ਕਿੰਨਾ ਆਣਾ ਸੀ?
3 ਤੇ ਤੁਹਾਡਾ ਡੈਲਟਾ x ਜੋ ਹੋਏਗਾ that is xf minus x3 ਆਣਾ ਸੀ minus 5 minus minus 5 5 -5 and this is important ਇਹ ਗੱਲ ਸਮਝਣ ਵਾਲੀ ਹੈ ਕਿ ਡਿਸਪਲੇਸਮੈਂਟ ਅਗਰ ਰਾਈਟ ਦੀ ਬਜਾਏ ਲੈਫਟ ਵਾਲੇ ਪਾਸੇ ਨੂੰ ਜਾ ਰਹੀ ਹੈ ਤਾਂ ਉਸ ਨੂੰ ਅਸੀਂ 네ਗੇਟਿਵ ਲੈਂਦੇ ਹਾਂ ਉਹ ਸਾਡੀ ਪੋਜੀਸ਼ਨ ਨੂੰ ਸਬਟ੍ਰੈਕਟ ਕਰਕੇ ਜਿਹੜੀ ਡੈਫੀਨੇਸ਼ਨ ਬਣ ਰਹੀ ਹੈ ਉੱਥੋਂ ਵੀ 네ਗੇਟਿਵ ਆ ਰਹੀ ਹੈ ਕਲੀਅਰ ਸਰ Yes, ਮਤਲਬ sir. ਅਗਰ ਆਬਜੈਕਟ sir. ਦੇ ਮੂਵ ਕਰਨ ਦੀ ਡਾਇਰੈਕਸ਼ਨ ਪੋਜ਼ਿਟਿਵ ਐਕਸਿਸ ਵੱਲ ਹੋਊਗੀ ਤਾਂ ਪੋਜ਼ਿਟਿਵ ਹੀ ਆਊਗਾ ਹਾਂਜੀ ਡਿਸਪਲੇਸਮੈਂਟ ਚਾਹੇ ਉਹ origin ਦੇ ਪਿੱਛੋਂ ਹੀ ਕਰ ਰਿਹਾ ਹੋ ਪਰ ਹੈ ਅਗਰ ਇੱਧਰ ਨੂੰ ਆ ਅਗਰ ਉਹਦਾ ਮੂੰਹ ਇੱਧਰ ਨੂੰ ਹੈ ਆਬਜੈਕਟ ਦਾ ਤਾਂ ਉਹਨੂੰ ਪੋਜ਼ਿਟਿਵ ਲਵਾਂਗੇ ਅਗਰ ਇੱਧਰ ਨੂੰ ਜਾ ਰਿਹਾ ਤਾਂ 네ਗੇਟਿਵ ਲਵਾਂਗੇ ਗੱਲ ਕਲੀਅਰ ਹੋਈ Yes, sir. Yes, sir. So ਪਰ ਇਹ ਆਪਾਂ ਡਿਸਟੈਂਸ 네ਗੇਟਿਵ ਕਿਵੇਂ ਕਰਤਾ ਕਿੱਥੇ ਅਸੀਂ 네ਗੇਟਿਵ ਕਰਤਾ ਡਿਸਟੈਂਸ ਸੋ -5 ਮੀਟਰ -5 ਮੀਟਰ ਜਿਹੜਾ ਹੈ ਇਹ ਡਿਸਪਲੇਸਮੈਂਟ ਹੈ ਮੈਂ ਕਹਿੰਦਾ ਨਾ ਜਦੋਂ ਆਪਾਂ ਪੋਜੀਸ਼ਨਸ ਨੂੰ ਸਬਟ੍ਰੈਕਟ ਕਰਦੇ ਹਾਂ ਤਾਂ ਉਹਨੂੰ ਡਿਸਪਲੇਸਮੈਂਟ ਬੋਲਦੇ ਆ ਡਿਸਟੈਂਸ ਨਹੀਂ ਬੋਲਦੇ ਤੇ ਮਤਲਬ ਡਿਸਪਲੇਸਮੈਂਟ 네ਗੇਟਿਵ ਹੋ ਸਕਦਾ ਹੈ ਹਾਂ ਆਹੀ ਤਾਂ ਬੜੀ ਵੱਡੀ ਗੱਲ ਹੈ ਜਿਹੜੀ ਸਮਝਾ ਰਿਹਾ ਤੁਹਾਨੂੰ ਡਿਸਪਲੇਸਮੈਂਟ 네ਗੇਟਿਵ ਹੋ ਸਕਦਾ ਹੈ ਡਿਸਟੈਂਸ 네ਗੇਟਿਵ ਦੀ ਕੋਈ ਸੈਂਸ ਨਹੀਂ ਬਣੇਗੀ ਕੋਈ ਬੰਦਾ ਕਹੂਗਾ ਤੁਹਾਡਾ ਸਕੂਲ ਤੁਹਾਡੇ ਘਰੋਂ ਕਿੰਨੀ ਦੂਰ ਹੈ ਤੁਸੀਂ ਕਹੋਗੇ 2 ਕਿਲੋਮੀਟਰ ਕਹੋਗੇ ਠੀਕ ਹੈ ਚਲਾ ਜਾਏਗਾ ਕੋਈ ਤੁਸੀਂ ਕਹੋਗੇ ਨਹੀਂ ਮੇਰਾ ਘਰ ਮੇਰੇ ਸਕੂਲ ਮੇਰੇ ਘਰੋਂ ਮੇਰਾ ਸਕੂਲ -2 ਕਿਲੋਮੀਟਰ ਦੂਰ ਹੈ ਔਰ ਅਗਲਾ ਹੈ ਆ ਕੀ ਗੱਲ ਬਣ ਰਹੀ ਹੈ ਯਾਨੀ ਡਿਸਟੈਂਸ 네ਗੇਟਿਵ ਨਹੀਂ ਹੋ ਸਕਦਾ ਪਰ ਡਿਸਪਲੇਸਮੈਂਟ ਇੱਕ ਇਸ ਤਰ੍ਹਾਂ ਦੀ ਕੁਆਂਟੀਟੀ ਹੈ ਜਿਸ ਨੂੰ ਅਸੀਂ ਇਸ ਤਰ੍ਹਾਂ ਡਿਫਾਈਨ ਕਰਦੇ ਹਾਂ ਕਿ ਉਸਦੀ ਡਾਇਰੈਕਸ਼ਨ ਵੀ ਨਾਲ ਇਨਵੋਲਵਡ ਹੁੰਦੀ ਹੈ ਤਾਂ ਉਸ ਨੂੰ ਅਸੀਂ 네ਗੇਟਿਵ ਕਹਿ ਸਕਦੇ ਹਾਂ ਤੇ ਇਸ 네ਗੇਟਿਵ ਦਾ ਮਤਲਬ ਕੀ ਹੁੰਦਾ ਹੈ ਹਾਂਜੀ ਹਾਂਜੀ ਬੋਲੋ ਦਾ ਹੀ ਪੰਗਾ ਪੈ ਰਿਹਾ ਇਸ ਚ ਬੋਲੋ ਬੋਲੋ ਮੀਨਸ ਜੋ ਸਾਈਨ ਹੈ ਉਹ ਡਾਇਰੈਕਸ਼ਨ ਕਰਕੇ ਹੀ ਹੋ ਰਿਹਾ ਹਾਂ ਬਿਲਕੁਲ ਮੈਂ ਤੁਹਾਨੂੰ ਇੱਕ ਬਹੁਤ ਸਿੰਪਲ ਜੀ ਗੱਲ ਸਮਝਾ ਦਿੰਦਾ ਵੈਸੇ ਅੱਗੇ ਜਾ ਕੇ ਵੀ ਆਪਾਂ ਇਹ ਕਰਨਾ ਹੈ ਦੇਖੋ ਜਿਹੜੀ ਡਾਇਰੈਕਸ਼ਨਸ ਹੁੰਦੀਆਂ ਨੇ ਨਾ ਹੁਣ ਬਹੁਤ ਧਿਆਨ ਨਾਲ ਸੁਣਿਓ ਸਾਰਿਆਂ ਨੇ ਜਦੋਂ ਤੁਸੀਂ ਸਕੇਲਰ ਐਲਜਬਰਾ ਪੜ੍ਹਦੇ ਹੋ ਸਕੇਲਰ ਐਲਜਬਰਾ ਦੇ ਵਿੱਚ 네ਗੇਟਿਵ ਦਾ ਮਤਲਬ ਕੀ ਲਿਆ ਜਾਂਦਾ ਆ 네ਗੇਟਿਵ ਦਾ ਮਤਲਬ ਆਪਾਂ ਮੋਸਟਲੀ ਲੈਣੇ ਆ ਮੀਨਸ ਲੈਸ ਦੈਨ 0 ਲੈਣੇ ਆ ਕਿ ਨਹੀਂ Yes, sir. ਬਟ ਜਦੋਂ ਤੁਸੀਂ ਵੈਕਟਰਸ ਨੂੰ ਟ੍ਰੀਟ ਕਰਦੇ ਹੋ ਨਾ ਤਾਂ ਵੈਕਟਰਸ ਨੂੰ ਟ੍ਰੀਟ ਕਰਦੇ ਹੋਏ 네ਗੇਟਿਵ ਦਾ ਮਤਲਬ ਜਿਹੜਾ ਹੁੰਦਾ ਆ ਉਹ ਲੈਸ ਦੈਨ 0 ਨਹੀਂ ਹੁੰਦਾ ਬਲਕਿ opposite negative ਦਾ direction. ਮਤਲਬ ਹੁੰਦਾ ਹੈ opposite direction negative means opposite direction ਹੁਣ ਇੱਕ ਗੱਲ ਨੂੰ ਇਸ ਗੱਲ ਨੂੰ ਇਹ ਹਮੇਸ਼ਾ ਵੈਲਿਡ ਰਹੇਗੀ ਮੈਂ ਤੁਹਾਨੂੰ ਅੱਗੇ ਵੀ ਦੱਸੂਗਾ ਇਹ ਹਮੇਸ਼ਾ ਵੈਲਿਡ ਰਹੇਗੀ ਮੈਂ ਤੁਹਾਨੂੰ ਯਾਦ ਕਰਾਉਂਗਾ ਦੇਖੋ ਮੈਂ ਕਿਹਾ ਸੀ ਨਾ ਇਸ ਤਰ੍ਹਾਂ ਹੁਣ ਮੇਰੀ ਗੱਲ ਸੁਣੋ ਬਹੁਤ ਧਿਆਨ ਨਾਲ ਬਹੁਤ ਸਿੰਪਲੀ ਜੇ ਮੰਨ ਲਓ ਮੈਂ ਇੱਥੇ ਟੁਆਰਡਸ ਰਾਈਟ ਜਾਂ ਲੈਫਟ ਦੀ ਗੱਲ ਛੱਡ ਹੀ ਦੇਵਾਂ ਮੰਨ ਲਓ ਇੱਕ ਬੰਦਾ ਇੱਧਰ ਨੂੰ ਜਾ ਰਿਹਾ ਬਸ ਤੇ ਇਸ ਬੰਦੇ ਦੀ ਵੈਲੋਸਿਟੀ ਨੂੰ ਤੁਸੀਂ v ਨਾਲ ਡਿਨੋਟ ਕਰ ਰਹੇ ਹੋ ਜਸਟ ਸੋਚ ਲਓ ਅਗਰ ਕੋਈ ਬੰਦਾ ਕ੍ਰਿਸ਼ ਮੈਂ ਤੁਹਾਨੂੰ ਕਿਹਾ ਸੀ ਪਲੀਜ਼ ਇਹਨੂੰ ਮੈਂ ਮਿਊਟ ਕਰਿਆ ਕਰ ਤੇ ਆਵਾਜ਼ ਕਿਉਂ ਪਤਾ ਨਹੀਂ ਕਿਸ ਚੀਜ਼ ਦੀ ਆ ਰਹੀ ਹੈ ਬਟ ਡਿਸਟਰਬੈਂਸ ਹੁੰਦੀ ਹੈ ਇਹਦੇ ਉਲਟਾ ਡਾਇਰੈਕਸ਼ਨ ਚ ਜਾ ਰਿਹਾ ਬੰਦਾ ਪਰ ਜਾ ਉਹ ਨਹੀਂ ਵੈਲੋਸਿਟੀ ਨਾਲ ਰਿਹਾ ਦੇਖੋ ਮੈਗਨੀਟਿਊਡ ਨਹੀਂ ਹੈ ਪਰ ਉਲਟੀ ਡਾਇਰੈਕਸ਼ਨ ਚ ਤਾਂ ਇਹਦੀ ਵੈਲੋਸਿਟੀ ਨੂੰ ਕੀ ਕਵਾਂਗੇ ਮਾਈਨਸ -v. ਹੁਣ ਇਹਦੇ ਚ ਇੱਕ ਸਭ ਤੋਂ ਵੱਡੀ ਕਨਫਿਊਜ਼ਨ ਬੱਚਿਆਂ ਨੂੰ ਹੋ ਜਾਂਦੀ ਹੈ ਉਹ ਸਰ ਕਹਿੰਦੇ ਐਰੋ ਹਾਂਜੀ ਹਾਂਜੀ ਐਰੋ ਸਰ ਐਰੋ ਦੂਸਰੀ ਡਾਇਰੈਕਸ਼ਨ ਚ ਨਹੀਂ ਹੋਊਗਾ ਕਿਹੜਾ ਐਰੋ ਆ ਹੈਗਾ ਤਾਂ ਹੈ ਦੇਖੋ ਦੂਸਰੀ ਡਾਇਰੈਕਸ਼ਨ ਸਰ ਸਰ ਨਹੀਂ ਜਿਹੜਾ ਆਪਾਂ ਮਾਈਨਸ ਉਹ ਨਹੀਂ ਉਹ ਨਹੀਂ ਹੋਊਗਾ ਮੇਰੀ ਗੱਲ ਮੰਨੋ ਸੁਣੋ ਇਹ ਤਾਂ ਸਿਰਫ ਇਹ ਦੱਸ ਰਿਹਾ ਕਿ ਵੈਕਟਰ ਕੁਆਂਟੀਟੀ ਹੈ ਇਸ ਜੈਸਾ ਸਿੰਬਲ ਸਰ ਇਹ ਵਿਦ ਸਰ ਇਹ ਆਪੋਜ਼ਿਟ ਡਾਇਰੈਕਸ਼ਨ ਹੈ ਵਿਦ ਰਿਸਪੈਕਟ ਟੂ ਜਿਹੜਾ ਜਿਹੜਾ ਪੋਜ਼ਿਟਿਵ ਐਰੋ ਦਾ ਪੁਆਇੰਟ ਹੈ ਹਾਂ ਨਹੀਂ ਮੇਰੀ ਗੱਲ ਸੁਣੋ ਵੈਕਟਰਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਜੇ ਕੋਈ ਵੀ ਚੀਜ਼ ਹੈ ਕਿਸੇ ਵੀ ਡਾਇਰੈਕਸ਼ਨ ਚ ਹੈ ਉਹਨੂੰ ਤੁਸੀਂ ਪੋਜ਼ਿਟਿਵ ਕਹਿਤਾ ਨਾ ਅਗਰ ਪਹਿਲਾਂ ਤੁਹਾਨੂੰ ਨੇਮ ਕਰਨਾ ਪਏਗਾ ਪੋਜ਼ਿਟਿਵ ਕਿਸੇ ਨੂੰ ਤਾਂ ਉਹਦੇ ਉਲਟੀ ਡਾਇਰੈਕਸ਼ਨ ਨੂੰ ਤੁਸੀਂ 네ਗੇਟਿਵ ਨਾਲ ਡਿਨੋਟ ਕਰ ਸਕਦੇ ਹੋ ਕਲੀਅਰ ਅਗਰ ਤੁਸੀਂ ਇਸ ਨੂੰ ਪੋਜ਼ਿਟਿਵ ਕਹਿ ਰਹੇ ਹੋ ਨਾ ਤਾਂ ਇਹ ਕੀ ਹੋਏਗੀ 네ਗੇਟਿਵ ਡਾਇਰੈਕਸ਼ਨ ਅਗਰ ਆਹ ਪੋਜ਼ਿਟਿਵ ਡਾਇਰੈਕਸ਼ਨ ਹੈ ਤਾਂ ਆ ਕੀ ਹੋਏਗੀ 네ਗੇਟਿਵ ਡਾਇਰੈਕਸ਼ਨ ਕੋਈ ਕਹੇ ਨਹੀਂ ਮੈਂ ਆ ਪੋਜ਼ਿਟਿਵ ਹੈ ਤਾਂ ਕਹੂੰਗਾ ਆ 네ਗੇਟਿਵ ਡਾਇਰੈਕਸ਼ਨ ਇਸ ਤਰ੍ਹਾਂ ਆਪਾਂ ਨੂੰ ਅਸਿਊਮ ਕਰਨਾ ਪਊਗਾ ਇੱਕ ਵਾਰ ਪਹਿਲਾਂ ਤਾਂ ਅਸਿਊਮ ਕਰਨਾ ਪਏਗਾ ਨਾ ਪਹਿਲਾਂ ਅਸਿਊਮ ਕਰਨਾ ਪਏਗਾ ਓਕੇ ਸਰ ਜਿਵੇਂ ਮੰਨ ਲਓ ਤੁਸੀਂ ਜਾ ਰਹੇ ਹੋ ਇੱਕ ਬੰਦਾ ਦੇਖੋ ਵਾਕ ਕਰਦਾ ਜਾ ਰਿਹਾ ਇੱਕ ਬੰਦਾ ਕਿਸੇ ਪਾਸੇ ਵੀ ਜਾ ਰਿਹਾ ਉਹ ਇਸ ਤਰ੍ਹਾਂ ਹੈ ਉਹ ਵਾਕ ਕਰ ਰਿਹਾ ਇੱਧਰ ਨੂੰ ਜਾ ਰਿਹਾ ਮੈਂ ਕਿਹਾ ਹੈਲੋ ਉਹ ਕਹਿੰਦਾ ਹਾਂਜੀ ਮੈਂ ਕਿਹਾ ਆਪਣੀ ਡਾਇਰੈਕਸ਼ਨ 네ਗੇਟਿਵ ਕਰ ਦੇ ਉਹ ਕੀ ਕਰੇਗਾ ਉਹ ਉਲਟਾ ਚੱਲਣ ਲੱਗ ਜਾਏਗਾ ਇੱਧਰ ਨੂੰ ਬਸ ਉਹ ਜਿੱਧਰ ਵੀ ਜਾ ਰਿਹਾ ਸੀ ਉਹ ਉਸ ਤੋਂ ਬਿਲਕੁਲ 180 ਡਿਗਰੀ ਐਂਗਲ ਤੇ ਰਿਵਰਸ ਚੱਲਣਾ ਸ਼ੁਰੂ ਕਰ ਦੇਗਾ ਬਸ ਇਸ ਦਾ ਇਹ ਮਤਲਬ ਸਿਰਫ ਇੰਨਾ ਹੁੰਦਾ ਹੈ 네ਗੇਟਿਵ ਦਾ ਮਤਲਬ ਹੁੰਦਾ ਹੈ ਆਪੋਜ਼ਿਟ ਡਾਇਰੈਕਸ਼ਨ ਪਰ ਜਦੋਂ ਅਸੀਂ ਪੜ੍ਹਦੇ ਹਾਂ ਮੋਸ਼ਨ ਇਨ ਸਟ੍ਰੇਟ ਲਾਈਨ 1 ਡਾਇਮੈਂਸ਼ਨ
ਅਸੀਂ ਜ਼ਿਆਦਾਤਰ ਐਕਸ ਐਕਸਿਸ ਦੇ ਉੱਪਰ ਚੀਜ਼ਾਂ ਨੂੰ ਡਿਨੋਟ ਕਰਦੇ ਹਾਂ, ਜ਼ਿਆਦਾਤਰ ਕੇਸਿਸ ਵਿੱਚ ਆਪਾਂ ਇਹੀ ਕਰਦੇ ਹਾਂ। ਤਾਂ ਅਸੀਂ ਬਾਈ ਕਨਵੈਨਸ਼ਨ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਡੀਲ ਕਰਦੇ ਹਾਂ ਕਿ ਅਸੀਂ ਕਿੱਧਰ ਗਿਆ ਉਹ ਕੁਐਸਚਨ ਮੈਂ ਕਰਾਇਆ ਆ ਰਿਹਾ ਕਿ ਜੋ ਵੀ ਟੁਵਾਰਡਸ ਪੋਜ਼ਿਟਿਵ ਐਕਸਿਸ ਇੱਧਰ ਨੂੰ ਜਾਏਗੀ, ਚਾਹੇ ਡਿਸਪਲੇਸਮੈਂਟ ਕਿੰਨੀ ਮਰਜ਼ੀ ਹੋ ਸਕਦੀ ਹੈ, ਤਾਂ 1 ਤੋਂ 4 ਹੋਏਗੀ, ਆ ਕਿੰਨੀ ਹੋਏਗੀ 3 ਹੋਏਗੀ, ਹੈ ਨਾ। ਤੇ ਚਾਹੇ 4 ਤੋਂ 1 ਤੇ ਆਏਗੀ ਤਾਂ ਕਿੰਨੀ ਹੋਏਗੀ -3 ਹੋਏਗੀ ਨਾ। ਤਾਂ ਇੱਥੇ ਇਸ ਨੈਗੇਟਿਵ ਦਾ ਮਤਲਬ ਸਿਰਫ ਇਹ ਹੈ ਕਿ ਉਹ ਡਾਇਰੈਕਸ਼ਨ ਆਪੋਜ਼ਿਟ ਹੋ ਗਈ ਹੈ, ਹੋਰ ਕੋਈ ਮਤਲਬ ਨਹੀਂ ਹੈ। ਕਲੀਅਰ ਹੈ ਸਰ ਹਾਂਜੀ Yes. ਸਰ ਜਿਵੇਂ ਆਪਾਂ 네ਗੇਟਿਵ ਐਕਸਲਰੇਸ਼ਨ ਨੂੰ ਰਿਟਾਰਡੇਸ਼ਨ ਕਹਿੰਦੇ ਆ, ਤਾਂ ਹਾਂਜੀ 네ਗੇਟਿਵ ਡਿਸਪਲੇਸਮੈਂਟ ਨੂੰ ਵੀ ਕੁਝ ਕਵਾਂਗੇ? ਨਹੀਂ, ਇਹਨੂੰ ਕੁਝ ਨਹੀਂ ਕਹਿੰਦੇ, ਪਰ ਡਿਸਪਲੇਸਮੈਂਟ ਹੀ ਕਹਿੰਦੇ ਆਪਾਂ, ਨੈਗੇਟਿਵ ਨਾਲ ਡਿਨੋਟ ਕਰਦੇ ਆਪਾਂ। ਮੈਂ ਤੁਹਾਨੂੰ ਨਾ ਇੱਕ ਹੋਰ ਐਗਜ਼ਾਮਪਲ ਦਿੰਦਾ ਜਿਹਦੇ ਤੋਂ ਤੁਹਾਨੂੰ ਹੋਰ ਗੱਲ ਸਮਝ ਆਏਗੀ। Sir, ਹਾਂਜੀ ਜਿਹੜੇ ਪਹਿਲਾਂ ਤੁਸੀਂ ਉਹ ਵਾਲੀ ਸਕੇਲਰ ਵਾਲੀ ਸਲਾਈਡ ਦਿਖਾਇਓ। ਹਾਂਜੀ ਸਰ ਇਸ ਦੇ ਵਿੱਚ ਆਪਾਂ ਸਕੇਲਰ ਕੁਆਂਟੀਟੀ ਨੂੰ 네ਗੇਟਿਵ ਕਿਉਂ ਲਿਖਿਆ ਹੈ? ਸਕੇਲਰ ਕੁਆਂਟੀਟੀ ਤਾਂ ਹਮੇਸ਼ਾ ਪੋਜ਼ਿਟਿਵ ਹੀ ਹੁੰਦੀ ਨਹੀਂ, ਹੈ। ਕੁਆਂਟੀਟੀ ਦੀ ਸਕੇਲਰ ਦਾ ਮਤਲਬ ਨੰਬਰਸ ਤੋਂ ਹੁੰਦਾ, ਬੇਸਿਕਲੀ ਆਪਾਂ ਨੰਬਰਸ ਲਈ ਯੂਜ਼ ਕਰ ਲੈਂਦੇ ਆ ਇਹਨੂੰ, ਸਕੇਲਰ ਅਲਜਬਰਾ ਨੰਬਰਸ ਵਗੈਰਾ। ਉਹ ਤਾਂ ਹੁਣ ਮਾਸ ਹੈ, ਮਾਸ ਨੈਗੇਟਿਵ ਥੋੜੀ ਹੋ ਸਕਦਾ ਹੈ। ਪਰ ਮੈਂ ਕਹਿ ਰਿਹਾ ਅਗਰ ਕਿਸੇ ਜਗ੍ਹਾ ਤੇ ਉੱਥੇ ਨੈਗੇਟਿਵ ਆਏ ਤਾਂ ਉਹਦੀ ਸੈਂਸ ਲੈਸ ਦੈਨ 0 ਹੁੰਦੀ ਹੈ, ਇਸ ਲਈ ਨੈਗੇਟਿਵ ਹੁੰਦੀ ਨਹੀਂ ਨਾ, ਸਰ ਫਿਰ ਆਪਾਂ ਵੈਕਟਰਸ ਤੇ ਕ੍ਰੋਸ ਕਿਉਂ ਲਗਾਇਆ ਹੈ? ਵੈਕਟਰਸ ਤੇ ਕ੍ਰਾਸ ਮੇ ਲਗਾਇਆ ਕਿ ਇਹ ਲੈਸ ਦੈਨ 0 ਦਾ ਮਤਲਬ ਉਹ ਨਹੀਂ ਹੈ। ਮਤਲਬ ਐਕਚੁਅਲੀ ਤੁਸੀਂ ਨਾ ਮੇਰੀ ਗੱਲ ਨਾਲ ਸੁਣੋਗੇ ਤਾਂ ਉਹ ਕਰੇਗੀ। ਇਸ ਲਈ ਜੇ ਲਿਖੇ ਤੇ ਨਹੀਂ, ਵੈਕਟਰ ਦੇ ਵਿੱਚ ਨੈਗੇਟਿਵ ਦਾ ਮਤਲਬ ਵੀ ਨੈਗੇਟਿਵ, ਇੱਥੇ ਮੈਨੂੰ ਲਿਖ ਦੇਣਾ ਚਾਹੀਦਾ ਨੈਗੇਟਿਵ ਡਸ ਨਾਟ ਮੀਨ, ਇਸ ਲਈ ਕ੍ਰਾਸ ਮੈਂ ਬੋਲਦੇ ਬੋਲਦੇ ਲਿਖਤਾ ਸੀ, ਡਸ ਨਾਟ ਮੀਨ ਲੈਸ ਦੈਨ 0। ਠੀਕ ਹੈ ਗੱਲ? ਨੈਗੇਟਿਵ ਮੀਨਸ ਦਿਸ। ਕਲੀਅਰ ਹੈ? ਯੈਸ ਸਰ। ਹੁਣ Sir, ਮੇਰੀ ਇੱਕ ਗੱਲ, ਵਾਰੀ ਉਹ ਵਾਲਾ ਕੁਐਸਚਨ ਦਿਖਾ ਦਿਓ, ਨਾਰਥ ਸਾਊਥ ਵਾਲਾ ਜਿਹੜਾ ਤੁਸੀਂ ਪਿੱਛੇ ਕਰਾਇਆ ਸੀ। ਹਾਂਜੀ ਸਰ ਇਹਦੇ ਵਿੱਚ ਆਪਾਂ ਡੈਲਟਾ ਟੀ ਨੂੰ 11 ਸੈਕਿੰਡਸ ਲਿਆ। ਹਾਂਜੀ ਸਰ ਫਿਰ ਆਪਾਂ ਐਵਰੇਜ ਸਪੀਡ ਜਦੋਂ ਕੱਢਦੇ ਆ ਉਦੋਂ ਆਪਾਂ ਟਾਈਮ ਨੂੰ ਪਲੱਸ ਨਹੀਂ ਕਰਦੇ ਹੁੰਦੇ? ਤੇ ਟਾਈਮ ਇਨਸਟੈਂਟ ਸੀ ਨਾ, ਉਹ 4 ਸੈਕਿੰਡ ਤੇ ਸ਼ੁਰੂ ਕਰਕੇ ਤੁਸੀਂ 15 ਸੈਕਿੰਡ ਤੇ ਕਿਤੇ ਪਹੁੰਚੋਗੇ ਤਾਂ ਤੁਸੀਂ ਟਾਈਮ ਇੰਟਰਵਲ ਪਲੱਸ ਕਰੋਗੇ, 19 ਸੈਕਿੰਡ ਬੋਲੋ, ਸੋਚੋ। ਓਕੇ ਸਰ। ਮਤਲਬ ਅਸੀਂ ਟਾਈਮ ਇੰਟਰਵਲ ਥੋੜੀ ਕਰਨਾ, 14 ਤੋਂ 5 ਤੱਕ ਹੀ ਕਰਿਆ। ਹਾਂ ਠੀਕ ਟਾਈਮ ਇੰਟਰਵਲ ਥੋੜੀ ਸੀ, ਕਿਉਂ ਉਹ ਟਾਈਮ ਇਨਸਟੈਂਟ ਸੀ, ਇਨਸਟੈਂਟ ਐਟ ਓਕੇ ਸਰ। ਬਿਟਵੀਨ ਹੁੰਦਾ ਤਾਂ 2 ਇੰਟਰਵਲ ਗਿਵਨ ਹੁੰਦੇ, ਆ ਟਾਈਮ ਇੰਟਰਵਲ ਦੇ ਵਿਚਕਾਰ ਉਹ ਬਣ ਗਿਆ। ਕਲੀਅਰ ਹੈ? ਹੁਣ ਆ Yes, ਸਵਾਲ sir. ਜਿਹੜਾ ਹੈ ਨਾ ਟੋਟਲ ਡਿਸਪਲੇਸਮੈਂਟ 0, ਇਹਦੀ ਸੈਂਸ ਬਣਾਉਂਦੇ ਆਪਾਂ। ਪਹਿਲਾਂ ਸੈਂਸ ਵੀ ਤਾਂ ਬਣਨੀ ਚਾਹੀਦੀ ਨਾ, ਕੋਈ ਸਿਰਫ ਆਪਣੀ ਗੱਲ ਤੋਂ ਨਹੀਂ, ਆਪਾਂ ਜਿਸ ਤਰ੍ਹਾਂ ਲੈ ਕੇ ਚੱਲ ਰਹੇ ਚੀਜ਼ਾਂ ਨੂੰ ਹੁਣ ਸੈਂਸ ਬਣਾਉਂਦੇ ਆ। ਸੋਚੋ, ਫਿਰ ਮੈਂ ਕਹਿ ਰਿਹਾ ਕਿ ਇੱਕ ਬੰਦਾ ਆ ਇਸੇ ਫੁੱਟਪਾਥ ਤੇ ਜਾਂ ਪਾਥ ਤੇ ਚੱਲ ਰਿਹਾ, ਇਸ ਤੇ ਇੱਧਰ ਨੂੰ, ਐਂਡ ਮੰਨ ਲਓ ਕਿ ਉਹ ਜਿੱਥੋਂ ਵੀ ਸ਼ੁਰੂ ਕਰ ਰਿਹਾ ਇਹ ਲੈਟ ਇਟ ਬੀ 0, ਜਸਟ 0 ਮੰਨ ਲਓ, ਤੇ ਇਹਨੂੰ 1 ਮੰਨ ਲਓ, ਇਹਨੂੰ 2 ਮੰਨ ਲਓ। ਇਹਨਾਂ ਗੱਲਾਂ ਦੀ ਸੈਂਸ ਵੀ ਦੇਖਿਓ ਆਪਣੀ ਹੁਣ ਬਣੇਗੀ। ਨਾਰਮਲੀ ਹੁੰਦਾ ਕੀ ਹੈ, ਨਾਰਮਲੀ ਜਦੋਂ ਆਪਾਂ ਐਡ ਕਰਦੇ ਹਾਂ 2-3 ਚੀਜ਼ਾਂ ਨੂੰ, ਕਿਵੇਂ ਐਡ ਕਰਦੇ ਆ? ਮੰਨ ਲਓ ਤੁਹਾਡੇ ਕੋਲ ਕੋਈ ਵੀ ਚੀਜ਼ ਸਕੇਲਰ ਸੀ, ਕਿਵੇਂ ਐਡ ਕਰਦੇ ਆ? ਆਪਣੇ ਕੋਲ ਮੰਨ ਲਓ 4 ਕਿਲੋ ਕੁਝ ਹੈ, 4 ਕਿਲੋ ਆਲੂ ਹੈ, ਬੰਦੇ ਨੇ ਲਿਆ ਕੇ 2 ਕਿਲੋ ਹੋਰ ਦਿੱਤਾ ਤਾਂ 6 ਕਿਲੋ ਹੋ ਜਾਂਦਾ ਨਾ। ਯੈਸ ਸਰ। ਮੈਨੂੰ ਇੱਕ ਕੰਮ ਕਰਨ ਦੇ ਵਿੱਚ 2 ਘੰਟੇ ਲੱਗ ਗਏ, ਉਸ ਤੋਂ ਬਾਅਦ ਇੱਕ ਹੋਰ ਕੰਮ ਕੀਤਾ ਉਹ ਚ 1.5 ਘੰਟੇ ਲੱਗ ਗਏ, ਤਾਂ ਮੈਨੂੰ ਟੋਟਲ ਕਿੰਨਾ ਟਾਈਮ ਲੱਗਿਆ ਦੋਨੋਂ ਕੰਮ ਕਰਨ ਚ? 3.5 ਘੰਟੇ। ਹਾਂ, ਇਸੇ ਤਰ੍ਹਾਂ ਹੀ ਡਿਸਪਲੇਸਮੈਂਟਸ ਵੀ ਅਗਰ ਤੁਸੀਂ ਟੁਕੜਿਆਂ ਵਿੱਚ ਤੋੜ ਕੇ ਗੱਲ ਕਰੋਗੇ ਨਾ, ਤਾਂ ਤੁਸੀਂ ਡਿਸਪਲੇਸਮੈਂਟਸ ਨੂੰ ਐਡ ਕਿਵੇਂ ਕਰੋਗੇ, ਆਪਾਂ ਇਹ ਸਮਝਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੰਨ ਲਓ ਕਿ ਇੱਕ ਬੰਦਾ ਇੱਥੋਂ ਸ਼ੁਰੂ ਹੁੰਦਾ ਹੈ A ਪੁਆਇੰਟ ਤੋਂ, A ਪੁਆਇੰਟ ਤੋਂ ਸ਼ੁਰੂ ਹੋ ਕੇ ਉਹ ਜਾਂਦਾ ਆ ਇੱਥੋਂ ਇਸ ਪੁਆਇੰਟ ਤੱਕ, ਇੱਥੇ, ਪਰ ਉਹ ਇੱਥੇ ਰੁਕਦਾ ਨਹੀਂ ਹੈ, ਹਲੇ ਕੰਮ ਚੱਲ ਹੀ ਰਿਹਾ। ਉਸ ਤੋਂ ਬਾਅਦ ਉਹ ਬੰਦੇ ਨੂੰ ਕੁਝ ਖਿਆਲ ਆਇਆ ਕਿ ਪਿੱਛੇ ਕੁਝ ਰਹਿ ਗਿਆ ਜਾਂ ਕੋਈ ਚੀਜ਼ ਰਹਿ ਗਈ ਉਹਦੀ, ਜਾਂ ਕੋਈ ਚੀਜ਼ ਗਿਰ ਗਈ, ਉਹ ਚੱਕਣ ਲਈ ਵਾਪਸ ਆਇਆ ਇੱਥੋਂ, ਇੱਥੇ 10 ਤੇ ਉਸ ਤੋਂ ਬਾਅਦ ਇੱਥੋਂ ਉਹਨੇ ਉਹ ਚੀਜ਼ ਲਈ ਜੋ ਉਹਨੇ ਲੈਣੀ ਸੀ, ਉਹ ਚੀਜ਼ ਲੈ ਕੇ ਫਿਰ ਇੱਥੋਂ ਫਿਰ ਚਲਾ ਗਿਆ ਇੱਥੇ, ਜਿੱਥੇ ਉਹਨੇ ਪਹੁੰਚਣਾ ਸੀ ਉਹ ਪਹੁੰਚ ਗਿਆ। ਕਲੀਅਰ ਹੈ ਗੱਲ ਮੇਰੀ? ਸਵਾਲ ਸਮਝ ਆ ਗਿਆ ਸਭ ਨੂੰ? ਯੈਸ ਸਰ। ਯੈਸ ਤੇ ਮੈਨੂੰ ਕੋਈ, ਮੈਂ ਇਸ ਪੁਆਇੰਟ ਨੂੰ ਨਾਮ ਦੇ ਦੇਣਾ B, ਤੇ ਮੈਂ ਜੇ ਡਾਇਰੈਕਟਲੀ ਕਿਸੇ ਨੂੰ ਪੁੱਛਾਂ what is the displacement, ਉਹ ਕੁਝ ਨਹੀਂ ਦੇਖੇਗਾ ਕਿ ਉਹ ਕਿੱਥੇ ਵਾਪਸ ਆਇਆ ਕਿੱਥੇ ਨਹੀਂ ਆਇਆ। he has nothing to do with it, ਉਹ ਰਸਤੇ 'ਚ ਕੀ ਕਰ ਰਿਹਾ ਸੀ, ਭੰਗੜਾ ਪਾ ਰਿਹਾ ਸੀ, ਛਪੀਲ ਲੱਗੀ ਸੀ, 11 meters। ਉਹ ਸਿੱਧਾ ਹੀ ਕਹੇਗਾ 3 ਤੋਂ ਸ਼ੁਰੂ ਹੋਇਆ, ਤਾਂ ਉਹ ਕਹੇਗਾ ਇਨੀਸ਼ੀਅਲ ਪੋਜੀਸ਼ਨ ਕੀ ਹੈ, ਉਹ ਕਹੇਗਾ 3, ਤੇ ਫਾਈਨਲ ਪੋਜੀਸ਼ਨ ਕੀ ਹੈ
14 ਉਹ ਕਹੇਗਾ ਜੋ 14 displacement is given by 11 meter, that's it, clear? yes sir ਬਟ ਅਗਰ ਮੈਂ ਇਸ ਨੂੰ ਕਹਾਂ ਕਿ ਨਹੀਂ ਮੈਂ ਤਾਂ ਤੋੜ ਕੇ ਸਮਝਣਾ ਚਾਹ ਰਿਹਾ ਹਾਂ, ਤਾਂ ਸਭ ਤੋਂ ਪਹਿਲਾਂ ਰੈੱਡ ਵਾਲੀ ਜਿਹੜੀ ਆਪਾਂ ਬਣਾਈ ਹੈ ਡਿਸਪਲੇਸਮੈਂਟ, ਉਹਦੀ ਕਿੰਨੀ ਸੀ ਦੱਸੋ? 10 ਉਸ ਤੋਂ ਬਾਅਦ ਜੋ ਨੈਕਸਟ ਵਾਲੀ 3 ਮੀਟਰ ਹੋਈ ਹੈ ਉਹਦੀ, ਉਹ ਕੀ ਹੈ, ਐਡ ਹੋਏਗੀ ਸਬਟ੍ਰੈਕਟ ਹੋਏਗੀ? subtract subtract -3 ਮੀਟਰ, ਜਾਂ ਫਿਰ ਤੁਸੀਂ ਉਹਨੂੰ ਐਡ ਹੀ ਕਰ ਰਹੇ ਹੋ ਪਰ ਤੁਸੀਂ ਉਹਨੂੰ ਲੈ ਕਿੰਨਾ ਰਹੇ ਹੋ, -3 ਮੀਟਰ। ਇਹ ਸਮਝ ਆਈ ਹੈ ਕਿ ਨਹੀਂ ਗੱਲ ਦੱਸੋ? yes sir ਉਸ ਤੋਂ ਬਾਅਦ ਜਿਹੜੀ ਫਿਰ 4 ਮੀਟਰ ਅੱਗੇ ਫਿਰ ਗਿਆ ਉਹ, ਤਾਂ ਉਹ 4 ਮੀਟਰ ਹੋ ਗਈ। yes sir ਸੋ ਇਹਨਾਂ ਸਾਰਿਆਂ ਨੂੰ ਜੋੜ ਕੇ ਹੀ ਤਾਂ ਬਣਿਆ ਹੈ 11 ਮੀਟਰ। yes yes sir ਸਮਝ ਲੱਗੀ ਗੱਲ? yes sir Yes, sir. yes sir ਯਾਨੀ ਕਿ ਉਹ ਬੰਦਾ ਜਾ ਰਿਹਾ ਸੀ, ਮੈਂ ਉਹਨੂੰ ਪੋਜ਼ਿਟਿਵ ਲੈ ਕੇ ਚੱਲ ਪਿਆ ਸੀ, ਹਨਾ, ਜਿੱਧਰ ਨੂੰ ਵੀ ਜਾ ਰਿਹਾ ਸੀ, ਪਰ ਜਦੋਂ ਵਾਪਸ ਮੁੜਿਆ ਤਾਂ ਉਹਨੂੰ ਮੈਂ ਨੈਗੇਟਿਵ ਵਿੱਚ ਲਿਆ ਕਿ ਉਹ ਵਾਪਸ ਆ ਰਿਹਾ, ਨੈਗੇਟਿਵ ਹੋ ਰਹੀ ਹੈ, ਡਿਸਪਲੇਸਮੈਂਟ ਘਟ ਰਹੀ ਸੀ ਜਦੋਂ ਵਾਪਸ ਆ ਰਿਹਾ ਸੀ, ਕਿਉਂਕਿ ਫਾਈਨਲ ਪੁਆਇੰਟ ਜਿਹੜਾ ਹੈ ਉਹ ਇਨੀਸ਼ੀਅਲ ਦੇ ਨੇੜੇ ਆਣਾ ਸ਼ੁਰੂ ਹੋ ਗਿਆ ਸੀ ਨਾ, 10 ਤੱਕ ਆਇਆ, ਫਿਰ ਦੂਰ ਜਾਣਾ ਸ਼ੁਰੂ ਹੋਇਆ, ਫਿਰ ਡਿਸਪਲੇਸਮੈਂਟ ਐਡ ਹੋਣੀ ਸ਼ੁਰੂ ਹੋ ਗਈ, ਵਧਣੀ ਸ਼ੁਰੂ ਹੋ ਗਈ, ਤੇ ਨੈਟ ਡਿਸਪਲੇਸਮੈਂਟ ਆਪਣੀ ਆਈ 11 ਮੀਟਰ। ਇਸ ਗੱਲ ਦੇ ਵਿੱਚ ਕੋਈ ਡਾਊਟ ਕਿਸੇ ਨੂੰ? No, sir. ਇੱਕ ਹੋਰ ਗੱਲ ਬੜੀ ਇੰਪੋਰਟੈਂਟ, ਤੁਹਾਡਾ ਇਨੀਸ਼ੀਅਲ ਪੁਆਇੰਟ ਕੀ ਹੈ, ਇਟ ਡਸਨਟ ਮੈਟਰ। ਯਾਨੀ ਕੋਈ ਬੰਦਾ ਕਹੇ ਕਿ ਨਹੀਂ ਮੈਂ ਇੱਥੋਂ ਨਹੀਂ ਦੇਖਣਾ ਬਈ, ਮੈਂ ਤਾਂ ਇਹਨੂੰ ਇੱਥੋਂ ਦੇਖਣਾ ਚਾਹਨਾ ਵਾ, ਇਸ ਜਗ੍ਹਾ ਤੇ ਖੜਾ ਹੋ ਕੇ, ਮੰਨ ਲਓ ਕਹਿੰਦਾ ਮੈਂ ਇਸ ਜਗ੍ਹਾ ਤੇ ਖੜਾ ਹੋ ਕੇ ਆਬਜ਼ਰਵ ਕਰਨਾ ਚਾਹਨਾ, ਮੈਂ ਆਪਣੀ origin ਬਦਲ ਦੇਣਾ ਚਾਹੁੰਦਾ ਹਾਂ, ਮੈਂ ਕਹਿਣਾ ਬਦਲ ਲੈ ਬਈ, ਉਹ ਕਹਿੰਦਾ ਮੇਰਾ ਇਹ 0 ਹੈ, ਮੈਂ ਕਹੂੰਗਾ ਠੀਕ ਹੈ, ਫਿਰ ਉਹਦਾ ਇਹ 1 ਹੈ, ਫਿਰ ਉਹਦਾ ਇਹ 2 ਹੈ, ਫਿਰ ਉਹਦਾ ਇਹ 3 ਹੈ, ਉਹਦਾ ਇਹ 4 ਹੈ, ਉਹਦਾ ਇਹ 5 ਹੈ, ਉਹਦਾ ਇਹ 6 ਹੈ, ਉਹਦਾ ਇਹ 7 ਹੈ, 8 ਹੈ, 9 ਹੈ, 10 ਹੈ, 11 ਹੈ, 12 ਹੈ, 13 ਹੈ, 14 ਹੈ, 15 ਹੈ, 16 ਹੈ and 17 ਹੈ। ਉਹਦੇ ਹਿਸਾਬ ਨਾਲ ਬੰਦਾ ਸ਼ੁਰੂ ਕਿੱਥੋਂ ਹੋਇਆ, 6 ਤੋਂ, ਹਨਾ? ਉਹਦੇ ਹਿਸਾਬ ਨਾਲ ਬੰਦੇ ਦਾ ਖਤਮ ਕਿੱਥੇ ਹੋਇਆ, 17 ਉਹ ਕਿੰਨੇ ਕਹੇਗਾ, 11 ਮੀਟਰ ਹੀ ਤਾਂ ਕਹੇਗਾ ਨਾ ਉਹ ਵੀ। yes ਯਾਨੀ ਕਿ Yes, sir. ਸ਼ੁਰੂਆਤ ਕਿੱਥੋਂ ਹੋ ਰਹੀ ਹੈ, ਰੈਫਰੈਂਸ ਤੁਸੀਂ ਪੋਜੀਸ਼ਨ ਕਿਹੜੀ ਨੂੰ ਲੈ ਕੇ ਚੱਲ ਰਹੇ ਹੋ, ਇਸ ਗੱਲ ਦਾ ਡਿਸਪਲੇਸਮੈਂਟ ਤੇ ਕੋਈ ਅਸਰ ਨਹੀਂ ਪੈਂਦਾ। ਅਗਰ ਕਿਸੇ ਚੀਜ਼ ਦੀ ਡਿਸਪਲੇਸਮੈਂਟ 5 ਮੀਟਰ ਟੁਵਾਰਡ ਰਾਈਟ ਹੈ ਤਾਂ 5 ਮੀਟਰ ਟੁਵਾਰਡ ਰਾਈਟ ਹੀ ਰਹੇਗੀ, ਚਾਹੇ ਤੁਸੀਂ ਥੋੜਾ ਪਿੱਛੇ ਖੜੇ ਹੋ ਕੇ ਦੇਖ ਲਓ, ਚਾਹੇ ਥੋੜਾ ਅੱਗੇ ਨਿਕਲ ਕੇ ਦੇਖ ਲਓ, ਚਾਹੇ ਇਸ ਡਿਸਪਲੇਸਮੈਂਟ ਦੇ ਵੀ ਅੱਗੇ ਨਿਕਲ ਜਾਓ, ਜਿਵੇਂ ਆਪਾਂ ਪਿਛਲੇ ਵਾਲੇ ਕੇਸਿਸ 'ਚ ਕੀਤਾ ਸੀ। ਸਮਝ ਲੱਗੀ ਗੱਲ? yes sir तो ਇੱਥੇ ਡਿਸਪਲੇਸਮੈਂਟ ਦਾ ਬੇਸਿਕਲੀ ਮਤਲਬ ਆ ਬਣਿਆ ਕਿ ਉਹ x ਡਿਸਟੈਂਸ ਇੱਧਰ ਗਿਆ ਪਹਿਲਾਂ a ਤੋਂ b, ਇਹ ਪਲੱਸ x ਸੀਗਾ, ਤੇ ਜਦੋਂ ਉਹ ਵਾਪਸ ਆਇਆ ਤਾਂ ਉਹ ਕਰਕੇ 0 ਬਣ ਗਈ ਨਾ ਡਿਸਪਲੇਸਮੈਂਟ। ਹੁਣ ਸਮਝ ਲੱਗੀ ਗੱਲ ਇਹ? Yes, sir. ਸੋ ਆਹ Yes, ਗੱਲ sir. ਦਾ ਬਹੁਤ ਧਿਆਨ ਰੱਖਣਾ ਹੈ ਤੁਸੀਂ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਬਣਾ ਰਹੇ ਹਾਂ। ਹੁਣ ਜਿਹੜੇ ਕੁਐਸਚਨਸ ਆਪਾਂ ਨੂੰ ਆਉਂਦੇ ਨੇ ਅਕਸਰ ਮੋਸਟਲੀ Sir. ਇਸ ਤਰ੍ਹਾਂ ਦੇ ਆਉਂਦੇ। ਹਾਂਜੀ ਸਰ ਅਗਰ ਆਪਾਂ ਜੋ ਫਸਟ ਆਪਾਂ ਨੇ ਫਰੇਮ ਬਣਾਈ ਸੀ, ਹਾਂਜੀ ਉਸ 'ਚ ਜਿਹੜਾ 2 ਪੁਆਇੰਟ ਹੈ +2, ਉਹਨੂੰ ਹਾਂਜੀ। 0 ਲੈ ਲਈਏ, ਤੇ ਬਾਅਦ ਹਾਂਜੀ। ਵਿੱਚ ਦੁਬਾਰੇ ਲਿਖੀਏ 1 2 3 4, ਹਾਂ ਲਿਖ ਫਿਰ ਲਓ ਉੱਪਰ 7 ਆਉਂਦਾ। ਲਿਖ ਲਓ ਆ ਇਹਦੇ ਵਿੱਚ ਕਹਿ ਰਹੇ ਹੋ ਕਿ ਇਸ ਤੋਂ ਅਗਲੇ ਕੁਐਸਚਨ 'ਚ ਕਹਿ ਰਹੇ ਹੋ? ਸਰ ਜੋ ਹੁਣ ਫਰੇਮ ਬਣਾਈ ਸੀ ਇੱਕ ਮਿੰਟ ਫਸਟ ਵਾਲੀ, ਆਹ ਵਾਲੀ ਹੈ ਨਾ? ਨਹੀਂ ਇੱਕ ਮਿੰਟ नीचे चला देखो, आई है ना? ਯੈਸ ਸਰ। मान लो ਹੁਣ ਦੇਖੋ ਇਹ ਸਵਾਲ ਦੇਖੋ, ਅੱਛਾ ਜੇ ਬੰਦਾ ਆਬਜ਼ਰਵ ਕਰਨ ਵਾਲਾ ਸੋਚੇ ਕਿ ਮੈਂ ਤਾਂ ਵਿਚਕਾਰ ਹੀ ਆ ਖੜਾ ਹੋ ਕੇ ਇੱਥੋਂ ਦੇਖੂਗਾ, ਠੀਕ ਹੈ, ਉਹ ਇੱਥੋਂ ਖੜਾ ਹੋ ਕੇ ਦੇਖ ਰਿਹਾ, ਇਹ ਕਰ ਲੈਂਦੇ ਆ, ਚਲੋ ਉਹ ਇੱਥੋਂ ਖੜਾ ਹੋ ਕੇ ਦੇਖਣਾ ਚਾਹ ਰਿਹਾ ਵਾ, ਤਾਂ ਉਹਦੇ ਲਈ ਫਿਰ ਆ 1 ਹੈ, ਆ 2 ਹੈ, ਆ 3 ਹੈ, ਆ 4 ਹੈ, ਇਹ 5 ਹੈ, ਇਹ 6 ਹੈ, ਇਹ 7 ਹੈ। ਕਲੀਅਰ? Yes, ਇਹ sir. 0 ਹੈ, Yes, ਇਹ sir. -1 ਹੈ, ਇਹ -2 ਹੈ, ਇਹ -3 ਹੈ, ਇਹ -4 ਹੈ, ਤਾਂ ਬੇਸਿਕਲੀ 7 ਉਹਦਾ ਫਾਈਨਲ ਹੈ, ਇਨੀਸ਼ੀਅਲ -4 ਹੈ, ਤਾਂ ਉਹ ਕੀ ਕਰੇਗਾ, x ਫਾਈਨਲ -x ਇਨੀਸ਼ੀਅਲ। 7 minus 4 11 meter ਕਲੀਅਰ ਹੈ ਗੱਲ? yes sir Yes, sir. ਮਜ਼ਾ ਤਾਂ ਹੀ ਹੈ ਨਾ, ਮਜ਼ਾ ਤਾਂ ਹੀ ਹੈ ਕਿ ਆਬਜ਼ਰਵੇਸ਼ਨ ਪੁਆਇੰਟ ਦੇ ਬਦਲ ਦੇਣ ਦੇ ਨਾਲ ਤੁਹਾਡਾ ਐਕਚੁਅਲ ਫੀਨੋਮੀਨਾ ਬਦਲ ਨਾ ਜਾਏ। ਐਕਚੁਅਲ ਫੀਨੋਮੀਨਾ ਤਾਂ ਸੇਮ ਹੀ ਰਹਿਣਾ ਚਾਹੀਦਾ ਨਾ। ਮੇਰੇ ਲਈ ਧੁੱਪ ਨਿਕਲੀ ਹੈ ਤੇ ਤੁਹਾਡੇ ਲਈ ਮੀਂਹ ਪੈਣ ਲੱਗ ਜਵੇ, ਇਹ ਜਿਹੀ ਕਿਹੜੀ ਪੜ੍ਹਾਈ ਪੜ੍ਹ ਰਹੇ ਆਪਾਂ, ਹਨਾ? ਆਬਜ਼ਰਵਰ ਅਗਰ ਆਪਣੀ ਬਦਲ ਲੈਂਦਾ ਹੈ ਜਗ੍ਹਾ, ਤਾਂ ਉਹਦੇ ਨਾਲ ਸਿਰਫ ਕਿਸੇ ਚੀਜ਼ ਦੀ ਪੋਜੀਸ਼ਨ ਜਾਂ ਇਨਸਟੈਂਟ ਪ੍ਰਭਾਵਿਤ ਹੋ ਸਕਦੀ ਹੈ, ਪਰ ਉਹਦਾ ਡਿਫਰੈਂਸ ਪ੍ਰਭਾਵਿਤ ਨਹੀਂ ਹੋ ਸਕਦਾ, ਜੋ ਕਿ ਅਸਲੀ ਚੀਜ਼ ਹੈ ਜਿਸ ਨੂੰ ਤੁਸੀਂ ਮੇਜ਼ਰ ਕਰ ਰਹੇ ਸੀ। ਸਮਝ ਲੱਗੀ ਮੇਰੀ ਗੱਲ? ਸਰ ਇਹਦੇ ਜੋ ਲੈਫਟ ਸਾਈਡ ਤੇ 2 ਪੁਆਇੰਟ ਹੈ, ਉਸ ਨੂੰ ਇੱਕ ਵਾਰ 0 ਲੈ ਕੇ ਦੇਖਿਓ। ਚਲੋ ਕਰ ਲੈਂਦੇ ਆ।
ए दे जो लेफ्ट साइड ते 2 पॉइंट आ वाला है ना, फिर क्या होएगा, फिर आ 1 हो जाएगा ते आ देखो करके कितना आएगा, 12 आ जाएगा, है ना। हाँ जी, फिर भी 11। वो कभी भी नहीं बदलेगा, तुझे सारा कुछ करके देख लो चाहे। समझ लगी गल मेरी? यस सर। Yes, sir. यानी कि sir. अच्छा देखो इंस्टेंट्स ਜਿਹੜੇ ਹੁੰਦੇ ਨੇ, ਇਸੇ ਤਰ੍ਹਾਂ ਇੰਸਟੈਂਟਸ ਵੀ ਤੁਸੀਂ ਕਿੱਥੋਂ ਕਿਵੇਂ ਲੈਂਦੇ ਹੋ, ਕੋਈ ਫਰਕ ਨਹੀਂ ਪੈਂਦਾ। ਮੈਂ ਚੰਡੀਗੜ੍ਹ ਜਾਣ ਲਈ ਨਿਕਲਿਆ 3 ਵਜੇ, ਪਹੁੰਚਿਆ 5 ਵਜੇ, ਤੇ ਮੈਂ ਕਿਹਾ ਵੀ ਕਿੰਨਾ ਹੋ ਗਿਆ ਟਾਈਮ ਇੰਟਰਵਲ, 2 ਆਵਰਸ, ਹਨਾ। 2 hours, yes sir। ਮੇਰਾ ਇੱਕ ਦੋਸਤ ਮੇਰੇ ਨਾਲ ਹੀ ਬੈਠਾ ਸੀ, ਉਹਦੀ ਘੜੀ ਮੇਰੇ ਘੜੀ ਤੋਂ 15 ਮਿੰਟ ਪਿੱਛੇ ਸੀ, ਤਾਂ ਉਹ ਕਹਿੰਦਾ ਯਾਰ ਮੇਰੀ ਘੜੀ ਦੇ ਹਿਸਾਬ ਨਾਲ ਤਾਂ 2:45 ਤੇ ਨਿਕਲੇ ਸੀ। ਮੈਂ ਕਿਹਾ ਅੱਛਾ ਪਹੁੰਚੇ ਕਦੋਂ? ਉਹ ਕਹਿੰਦਾ ਯਾਰ 4:45 ਤੇ ਆਪਾਂ ਪਹੁੰਚੇ ਆ। ਮੈਂ ਕਿਹਾ ਫਿਰ ਮਾਈਨਸ ਤਾਂ ਕਰ ਦੋ ਉਹਨਾਂ ਨੂੰ, ਉਹ ਵੀ ਕਹੇਗਾ 2 ਆਵਰਸ। ਸਮਝ ਲੱਗੀ ਗੱਲ? ਯਸ ਸਰ। ਪਰ ਇਹ ਵੀ ਦੋਨਾਂ ਦੀ ਘੜੀ ਖਰਾਬ ਨਹੀਂ ਹੋਣੀ ਚਾਹੀਦੀ। ਪਤਾ ਲੱਗਾ ਸੈਲ ਹੀ ਮੁਕਾਈ ਬੈਠਾ ਉਹ ਪਤੰਦਰ, ਉੱਥੇ ਆ ਕੇ ਮੈਨੂੰ ਕਹਿੰਦਾ ਹੱਦ ਹੋ ਗਈ ਯਾਰ, 2 ਘੰਟੇ ਤੋਂ ਘੱਟ ਲੱਗਿਆ ਆਪਾਂ ਨੂੰ ਟਾਈਮ, ਹਨਾ। ਐ ਨਹੀਂ ਹੋਣਾ ਚਾਹੀਦਾ, ਘੜੀਆਂ ਠੀਕ ਹੋਣੀ ਚਾਹੀਦੀਆਂ ਨੇ, ਘੜੀਆਂ 'ਚ ਸੈੱਲ ਸੁਲ ਹੋਣਾ ਚਾਹੀਦਾ। ਬੇਸਿਕ ਗੱਲ ਇਹੀ ਹੈ ਕਿ ਤੁਸੀਂ ਸ਼ੁਰੂਆਤ ਵਿੱਚ ਕਿਸ ਨੂੰ ਰੈਫਰੈਂਸ ਲੈਂਦੇ ਹੋ, ਇਸ ਗੱਲ ਦੇ ਨਾਲ ਤੁਹਾਡੇ ਫਿਨੋਮੀਨਾ ਤੇ ਅਸਰ ਨਾ ਪਵੇ, ਇਹਦੀ ਇੱਕ ਬੇਸਿਕ ਡੈਫੀਨੇਸ਼ਨ ਜ਼ਰੂਰੀ ਹੈ। ਸੋ ਡਿਸਪਲੇਸਮੈਂਟ ਦਾ ਉਹ 9th ਕਲਾਸ ਵਾਲਾ ਫੰਡਾ ਸੀਗਾ, ਦਾ ਸ਼ਾਰਟੈਸਟ ਡਿਸਟੈਂਸ ਟਰੈਵਲਡ ਜੋ ਵੀ ਹੈ, ਪਰ ਹੁਣ ਡਿਸਪਲੇਸਮੈਂਟ ਸਾਡੇ ਲਈ ਜ਼ਿਆਦਾ ਅੱਛੀ ਤਰ੍ਹਾਂ ਇਹ ਕਹਿਣੀ ਚਾਹੀਦੀ ਹੈ ਕਿ ਫਾਈਨਲੀ ਉਹਦੀ ਜੋ ਪੋਜੀਸ਼ਨ ਹੈ ਮਾਈਨਸ ਇਨੀਸ਼ੀਅਲੀ ਉਹਦੀ ਜੋ ਪੋਜੀਸ਼ਨ ਹੈ, ਤੇ ਜਦੋਂ ਫਾਈਨਲ ਤੇ ਇਨੀਸ਼ੀਅਲ ਪੋਜੀਸ਼ਨਸ ਨੂੰ ਮਾਈਨਸ ਕਰਦੇ ਹੋ ਤਾਂ ਤੁਹਾਡਾ ਆਨਸਰ ਪੋਜ਼ਿਟਿਵ ਵੀ ਆ ਸਕਦਾ ਹੈ ਤੇ नेगेटिव भी आ सकता है। अगर इस तरह हो सकता है डिस्प्लेसमेंट नेगेटिव हो सकती है, ਇਹਦਾ ਮਤਲਬ ਜਿਹੜੀ ਵੈਲੋਸਿਟੀ ਹੁੰਦੀ ਹੈ ਤੁਹਾਡੀ ਫਿਰ ਉਹ ਪੋਜ਼ਿਟਿਵ ਵੀ ਹੋ ਸਕਦੀ ਹੈ ਤੇ ਨੈਗੇਟਿਵ ਵੀ ਹੋ ਸਕਦੀ ਹੈ, ਕਿਉਂਕਿ ਤੁਹਾਡਾ ਜਿਹੜਾ ਡਿਸਪਲੇਸਮੈਂਟ ਹੀ ਅਗਰ ਪੋਜ਼ਿਟਿਵ ਤੇ ਨੈਗੇਟਿਵ ਹੋ ਸਕਦੀ ਹੈ ਤਾਂ ਵੈਲੋਸਿਟੀ ਵੀ ਹੋ ਸਕਦੀ ਹੈ, ਪਰ ਤੁਹਾਡੀ ਡਿਸਟੈਂਸ ਕਦੀ ਵੀ ਨੈਗੇਟਿਵ ਨਹੀਂ ਹੋ ਸਕਦੀ। ਠੀਕ ਹੈ, डिस्टेंस इज ऑलवेज पॉजिटिव, एंड अगर डिस्टेंस ऑलवेज पॉजिटिव है तो इसका मतलब स्पीड भी हमेशा पॉजिटिव होगी। नेगेटिव नहीं होंदियां चीज़ां, इन्हां चीज़ां दी कोई सेंस नहीं बनती। ਇਹਦੇ ਵਿੱਚ ਆਪਾਂ ਪਰ ਜੋ ਪੜਨ ਜਾ ਰਹੇ ਹਾਂ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਇਹ, ਅੱਗੇ ਵੈਕਟਰਸ ਵਗੈਰਾ ਵਿੱਚ ਆਪਾਂ ਸਿੱਖਾਂਗੇ ਇਹਨਾਂ ਚੀਜ਼ਾਂ ਨੂੰ ਹੋਰ ਡਿਟੇਲ ਚ। ਫਿਲਹਾਲ ਮੋਸ਼ਨ 1 ਡਾਈਮੈਂਸ਼ਨ ਲਈ ਇੰਨੇ ਆਪਾਂ ਨੂੰ ਕਾਫੀ 6:05 ਮਿੰਟ ਲੈ ਲਵਾਂ ਤੁਹਾਡੇ, ਮੰਗ ਕੇ ਲਵਾਂਗਾ, ਨਹੀਂ ਤਾਂ ਮੈਂ ਛੱਡ ਦੇਣਾ, ਕੋਈ ਗੱਲ ਨਹੀਂ। yes sir। चाहे 10 ले लो। हाँ, सो बेसिकली अपने को ना दो ही एक केस ने, एक हैगा कि मान लो ਤੁਸੀਂ ਕੋਈ ਡਿਸਟੈਂਸ ਟਰੈਵਲ ਕਰਨਾ ਹੈ, ਮੰਨ ਲਓ ਉਹਨਾਂ ਨੇ ਕਹਿਤਾ ਵੀ ਇੰਨਾ ਡਿਸਟੈਂਸ ਟਰੈਵਲ ਕਰਨਾ ਹੈ, ਸਵਾਲ ਤੁਹਾਨੂੰ ਇਸ ਤਰ੍ਹਾਂ ਦੇ ਆ ਸਕਦੇ ਨੇ, ਬਸ ਆਈ ਦੱਸਣ ਲੱਗਾ। ਤੇ ਉਹ ਕਹਿ ਦੇਣ ਕਿ ਮੰਨ ਲਓ ਇਸ ਡਿਸਟੈਂਸ ਦਾ ਇੱਕ ਹਿੱਸਾ, ਮੰਨ ਲਓ ਆ x1 ਹੈ, ਇੱਕ ਹਿੱਸਾ x2 ਹੈ, ਇੱਥੇ ਤੁਸੀਂ ਪੋਜੀਸ਼ਨ ਨਾਲ ਕਨਫਿਊਜ਼ ਨਾ ਹੋ ਜਾਓ, ਮੈਂ s1 s2 ਲਿਖ ਦਿੰਦਾ, ਦੈਟ ਇਜ਼ ਬੈਟਰ। ਮੰਨ ਲਓ ਇਹਦਾ ਇੱਕ ਹਿੱਸਾ s1 ਹੈ, ਇਹਦਾ ਇੱਕ ਹਿੱਸਾ s2 ਹੈ, ਤੁਹਾਨੂੰ ਉਹ ਦੱਸ ਦੇਣਗੇ ਵੀ ਇੱਥੇ v1 ਵੈਲੋਸਿਟੀ ਨਾਲ ਟਰੈਵਲ ਕੀਤਾ ਬਾਡੀ ਨੇ ਇੱਥੋਂ ਤੋਂ ਲੈ ਕੇ ਇੱਥੇ ਤੱਕ, ਉਸ ਤੋਂ ਬਾਅਦ ਇੱਥੇ ਵੈਲੋਸਿਟੀ ਚੇਂਜ ਕਰਕੇ ਉਹਨੇ ਇੱਥੋਂ ਤੋਂ ਇੱਥੇ ਤੱਕ v2 ਵੈਲੋਸਿਟੀ ਨਾਲ ਟਰੈਵਲ ਕੀਤਾ, ਤਾਂ ਟੋਟਲ ਐਵਰੇਜ ਵੈਲੋਸਿਟੀ ਦੱਸੋ ਕਿੰਨੀ ਹੈ। ਸਿੰਪਲ ਜੀ ਗੱਲ ਹੈ, ਤੁਹਾਨੂੰ ਇੱਥੇ ਟਾਈਮ ਹੀ ਨਹੀਂ ਪਤਾ, ਤਾਂ ਟਾਈਮ ਪਤਾ ਕਰ ਲੋਗੇ ਇਸ ਪਹਿਲੇ ਇੰਟਰਵਲ ਦਾ, ਕੀ ਆਏਗਾ ਡਿਸਟੈਂਸ ਅਪਨ ਵੈਲੋਸਿਟੀ, ਦੂਸਰੇ ਇੰਟਰਵਲ ਦਾ s2 upon v2। बस फिर थोड़ी एवरेज वेलोसिटी क्या आएगी, टोटल डिस्टेंस ट्रैवल्ड अपॉन टोटल टाइम। Yes, sir. बस ਇਹਨੂੰ ਸੋਲਵ ਕਰ ਲੈਣਾ ਤੇ ਆਨਸਰ ਆ ਜਾਏਗਾ। ਕਈ ਵਾਰ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ, ਕਈ ਵਾਰ ਕੁਐਸਚਨ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਮੰਨ ਲਓ ਆ ਟੋਟਲ ਹੈ ਇੱਥੋਂ ਤੋਂ ਇੱਥੇ ਤੱਕ, ਤੇ ਇਹਦੇ ਵਿੱਚੋਂ ਕਹਿ ਦਿੰਦੇ ਨੇ ਕਿ ਮੰਨ ਲਓ ਅਸੀਂ ਪਹਿਲਾਂ t1 ਟਾਈਮ ਤੱਕ ਚੱਲਦੇ ਰਹੇ ਵੈਲੋਸਿਟੀ v1 ਦੇ ਨਾਲ, ਇੱਥੇ ਪਹੁੰਚ ਗਏ ਸੀ ਮੰਨ ਲਓ, ਫਿਰ t2 ਟਾਈਮ ਤੱਕ ਅਸੀਂ ਵੈਲੋਸਿਟੀ v2 ਨਾਲ ਚੱਲਦੇ ਰਹੇ, ਹੁਣ ਇੱਥੇ ਤੱਕ ਇਸ ਤਰ੍ਹਾਂ ਆਏਗਾ। ਹੁਣ ਤੁਹਾਡੇ ਕੋਲ ਟਾਈਮ ਪਹਿਲਾਂ ਹੀ ਹੈ t1 plus t2, ਕੋਈ ਫਰਕ ਨਹੀਂ ਪੈਂਦਾ, ਇਹ ਗਿਵਨ ਹੈ ਨਾ, ਤੁਹਾਨੂੰ ਡਿਸਟੈਂਸ ਪਤਾ ਕਰਨਾ ਪਏਗਾ। ਅਦਾ ਡਿਸਟੈਂਸ ਕਿੰਨਾ ਆਏਗਾ ਇੱਥੇ ਹੁਣ ਇਸ ਕੇਸ VITI। ਸੋ ਇੱਥੇ ਜਿਹੜੀ ਐਵਰੇਜ ਵੈਲੋਸਿਟੀ ਆਏਗੀ ਤੁਹਾਡੀ ਆਏਗੀ v1 t1 plus v2 t2 by t1 plus t2। ਸੋ ਤੁਸੀਂ ਧਿਆਨ ਰੱਖਣਾ ਕੀ ਗਿਵਨ ਹੈ ਤੇ ਕੀ ਨਹੀਂ ਗਿਵਨ ਹੈ, ਤੇ ਇੱਥੇ ਜ਼ਿਆਦਾਤਰ ਜਿਹੜੀ ਵੈਲੋਸਿਟੀਜ਼ ਜਿੰਨੇ ਵੀ ਇੰਟਰਵਲ ਲਈ ਗਿਵਨ ਹੁੰਦੀਆਂ ਨੇ ਯੂਨੀਫਾਰਮ ਹੀ ਹੁੰਦੀਆਂ ਨੇ, ਸੋ s = vt ਸਿੰਪਲ ਫਾਰਮੂਲਾ ਲਗਾ ਸਕਦੇ। ਸੋ ਇੱਥੇ ਹਲੇ ਕੋਈ ਆਪਾਂ ਬਹੁਤ ਕੰਪਲੈਕਸ ਚੀਜ਼ਾਂ 'ਚ ਪਏ ਨਹੀਂ ਹੈ। ਸੋ ਤੁਹਾਡੀ ਜਿਹੜੀ ਪ੍ਰੈਕਟਿਸ ਸ਼ੀਟ ਹੈ ਪਹਿਲੀ ਉਹ ਟਰਾਈ ਕਰੋ, ਸੌਰੀ ਇਹਦੀ ਪਹਿਲੀ ਹੈ ਪਰ ਉਹਦਾ ਥਰਡ ਹੈ, ਉਹਨੂੰ ਟਰਾਈ ਕਰੋ ਬਹੁਤ ਅੱਛੀ ਤਰ੍ਹਾਂ। ਜੋ ਵੀ ਪ੍ਰੋਬਲਮਸ ਆਣਗੀਆਂ ਬਿਲਕੁਲ ਆਪਾਂ ਪਹਿਲਾਂ ਉਹਨੂੰ ਹੀ ਡਿਸਕਸ ਕਰਾਂਗੇ, ਅੱਗੇ ਦਾ ਕੰਮ ਤਾਂ ਹੀ ਕਰਾਂਗੇ ਜਦੋਂ ਉਹ ਕਰ ਲਵਾਂਗੇ।
ਤੇ ਹਲੇ ਇਹ ਜੇ ਡਿਫਰੈਂਸ਼ੀਏਸ਼ਨ ਦੀ ਤੁਹਾਨੂੰ ਲੋੜ ਨਹੀਂ ਪਏਗੀ ਤਾਂ ਤੁਸੀਂ ਇਹ ਨਹੀਂ ਸੋਚਣਾ ਡਿਫਰੈਂਸ਼ੀਏਸ਼ਨ ਦੀ ਲੋੜ ਕਿਉਂ ਨਹੀਂ ਪੈ ਰਹੀ, ਕੋਈ ਗੱਲ ਨਹੀਂ, ਉਹ ਪੈ ਜਾਏਗੀ। ਫਿਲਹਾਲ ਤੁਸੀਂ ਇੰਨਾ ਕੰਮ ਕਰੋ, ਠੀਕ ਹੈ ਜੀ। ਸਰ ਡਿਸਟੈਂਸ 0 ਤਾਂ ਨਹੀਂ ਹੋ ਸਕਦਾ? ਨਹੀਂ, ਉਹਦੀ ਰਹਿਣ ਦਿਓ, ਤੁਸੀਂ ਆਈ ਕਰੋ, ਇਹ ਤੇ ਜ਼ੋਰ ਲਗਾਓ ਪੂਰਾ। ਥਿਉਰੀ ਵਿੱਚ ਵੀ ਇਹਨੂੰ ਪੜੋ, ਟੈਕਸਟ ਬੁੱਕਸ ਵਿੱਚ ਵੀ ਪੜੋ, NCERT ਬੁੱਕ ਵਿੱਚ ਵੀ ਪੜੋ। ਸਿਰਫ ਪਰ ਆਹ ਵਾਲੇ ਟੌਪਿਕ ਜਿੰਨੇ ਮੈਂ ਅੱਜ ਕਵਰ ਕੀਤੇ ਨੇ ਸਿਰਫ ਇਹਦੇ ਰਿਲੇਟਡ, ਤੇ ਇਹਦੇ ਲਈ ਤੁਹਾਡੇ ਕੋਲ ਪ੍ਰੈਕਟਿਸ ਸ਼ੀਟ ਜੋ ਦਿੱਤੀ ਹੈ ਉਹ ਜ਼ਿਆਦਾ ਵਧੀਆ ਕਿ ਤੁਹਾਨੂੰ ਪ੍ਰੈਕਟਿਸ ਸ਼ੀਟ ਤੋਂ ਆਈਡੀਆ ਹੋ ਜਾਏਗਾ ਤੁਹਾਨੂੰ ਕਿਹੜੀ ਚੀਜ਼ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪਹਿਲਾਂ ਉਹ 18 ਕੁਐਸਚਨ ਕਰਨੇ ਆ, 18 ਨੂਮੈਰੀਕਲਸ ਤੁਹਾਨੂੰ ਦਿੱਤੇ ਹੋਏ, ਠੀਕ ਹੈ ਜੀ। ਸਰ ਡਿਫਰੈਂਸ਼ੀਏਸ਼ਨ ਦੀ ਪ੍ਰੈਕਟਿਸ ਸ਼ੀਟ ਉਹਦੇ ਲਈ ਮੈਂ ਚੇਨ ਰੂਲ ਤੇ ਉਹਦੀ ਮੈਂ ਦੇ ਦੂੰਗਾ ਤੁਹਾਨੂੰ, ਹੁਣੇ ਬਣਾ ਕੇ ਰਾਤ ਤੱਕ ਭੇਜ ਦੂੰਗਾ, ਤੇ ਟਾਈਮ ਪਾਉਂਗਾ ਪਰਸੋਂ ਸਵੇਰੇ 9 ਵਜੇ ਤੱਕ ਦਾ, ਠੀਕ ਹੈ। ਓਕੇ ਸਰ। Yes, sir. Thank you, sir.